ਕੀ ਲੱਗਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਜਿਹੜਾ ਰਵੱਈਆ ਨਰਮ ਕਰਨ ਦੇ ਵਿੱਚ ਕਾਮਯਾਬ ਹੋਵੇਗਾ ਜਾਂ ਨਹੀਂ ਹੋਵੇਗਾ ਪੰਜਾਬ ਦਾ ਕਿਸਾਨ? ਮੈਨੂੰ ਨਹੀਂ ਲੱਗਦਾ ਵੀ ਮੋਦੀ ਸਰਕਾਰ ਕਿਸੇ ਵੀ ਕੰਪਰੋਮਾਈਜ਼ ਲਈ ਤਿਆਰ ਹੈ। ਮੈਂ ਸਿਰਫ ਇੰਨਾ ਜ਼ਰੂਰ ਕਹਿੰਦਾ ਵੀ ਜੇ ਉਹ ਜਾਂਦੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤਾਂ ਬੜਾ ਵਧੀਆ ਸੰਕੇਤ ਜਾਣਾ ਸੀ ਸਾਰੇ ਦੇਸ਼ ਦੇ ਵਿੱਚ। ਔਰ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਸੀਗਾ ਇਸ ਚੀਜ਼ ਦਾ? ਦੇਖੋ ਬੜੇ ਉਸ ਤੋਂ ਬਾਅਦ ਜਦੋਂ ਖੁਦ ਮੁਖਤਿਆਰੀ ਸੁਖਬੀਰ ਸਿੰਘ ਬਾਦਲ ਦੇ ਹੱਥ ਆ ਜਾਂਦੀ ਹੈ, ਦੇਖੋ ਇਹ ਤੁਹਾਡੀ ਗੱਲ ਕਿਤੇ ਨਾ ਕਿਤੇ ਇਹਦੇ 'ਚ ਥੋੜੀ ਮੋਟੀ ਸੱਚਾਈ ਜ਼ਰੂਰ ਹੈ। ਕਿਸ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜੀ ਹੈ ਉਹ ਗੱਠਜੋੜ ਕਰ ਸਕਦੀ ਹੈ 2022 ਦੀ ਵਿਧਾਨ ਸਭਾ ਦੀ? ਅਸੀਂ ਕਾਂਗਰਸ, ਬਾਦਲ ਦਲ ਅਤੇ ਬੀਜੇਪੀ ਇਹ ਤਿੰਨਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ। ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਨਹੀਂ ਕੀਤਾ, ਕਿਤੇ ਨਾ ਕਿਤੇ ਲੱਗਦਾ ਹੈ ਕਿ ਇਨ ਫਿਊਚਰ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਵੀ ਗੱਠਜੋੜ ਹੋ ਸਕਦਾ ਹੈ? ਓਪਨ ਹੈ ਜੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਹਾਂ ਅਮਨਦੀਪ ਸਿੰਘ ਚੰਡ। ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੁਝ ਸਮਾਂ ਪਿੱਛੇ ਚਲੇ ਜਾਈਏ ਤਾਂ ਇਸ ਦੇ ਹੀ ਵਿਰੋਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਖੁਦ ਮੁਖਤਿਆਰੀ ਕਰਕੇ ਇੱਕ ਖਰੜਾ ਤਿਆਰ ਕੀਤਾ ਗਿਆ ਸੀਗਾ ਵਿਧਾਨ ਸਭਾ ਦੇ ਵਿੱਚ, ਜਿਸ ਦੇ ਉੱਪਰ ਰਾਜਪਾਲ ਤੇ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਸੀਗੀ। ਰਾਸ਼ਟਰਪਤੀ ਕੋਲ ਸਮਾਂ ਵੀ ਮੰਗਿਆ ਗਿਆ ਪਰ ਸਮਾਂ ਨਹੀਂ ਮੰਗਿਆ, ਜਿਸ ਦੇ ਵਿਰੋਧ ਦੇ ਵਿੱਚ ਦਿੱਲੀ ਵਿਖੇ ਵਿਧਾਇਕਾਂ ਦੇ ਨਾਲ ਮਿਲ ਕੇ ਇੱਕ ਧਰਨਾ ਪ੍ਰਦਰਸ਼ਨ ਦਿੱਤਾ ਜਾਂਦਾ ਹੈ, ਜਿਸ ਦੇ ਮੁੱਖ ਮੰਤਰੀ ਤੋਂ ਹਾਲਾਂਕਿ ਸੁਰਾਂ ਵੱਖ ਕਰਕੇ ਚੱਲਣ ਵਾਲੇ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦੇ ਨਾਲ ਦਿਖਾਈ ਦਿੰਦੇ ਨੇ ਔਰ ਲਗਾਤਾਰ ਇਸ ਗੱਲ ਦਾ ਹੋਕਾ ਦਿੰਦੇ ਨੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ। ਪਰਮਿੰਦਰ ਸਿੰਘ ਢੀਂਡਸਾ ਇਸ ਵੇਲੇ ਮੇਰੇ ਨਾਲ ਨੇ, ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਘਟਨਾਕ੍ਰਮ ਵਾਪਰ ਰਿਹਾ ਹੈ, ਕੁਝ ਇਹਦੇ ਬਾਰੇ ਵਟਿਆ ਵੀ ਜਾਵੇਗਾ ਜਾਂ ਨਹੀਂ ਵਟਿਆ ਜਾਵੇਗਾ। ਗੱਲਬਾਤ ਕਰਾਂਗੇ ਪਰਮਿੰਦਰ ਸਿੰਘ ਢੀਂਡਸਾ ਜੀ ਨਾਲ। ਢੀਂਡਸਾ ਸਾਹਿਬ ਸਵਾਗਤ ਹੈ। ਧੰਨਵਾਦ ਅਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢੀਂਡਸਾ ਸਾਹਿਬ, ਜਿੱਦਾਂ ਮੈਂ ਕਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਕਿਸਾਨ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ, ਤੁਸੀਂ ਵੀ ਜਾਂਦੇ ਹੋ, ਪੰਜਾਬ ਦੇ ਮੁੱਖ ਮੰਤਰੀ ਤੁਹਾਡੇ ਨਾਲ ਹੁੰਦੇ ਨੇ, ਬੜਾ ਵਧੀਆ ਤਸਵੀਰ ਲੱਗਦੀ ਹੈ ਕਿਉਂਕਿ ਇੱਕ ਪਾਸੇ ਚਲੋ 100 ਮਤਭੇਦ ਹੋ ਸਕਦੇ ਨੇ ਪਰ ਜਿੱਥੇ ਕਿਸਾਨੀ ਦਾ ਮੁੱਦਾ ਆਉਂਦਾ ਹੈ ਵੱਖ-ਵੱਖ ਪਾਰਟੀਆਂ ਇਕੱਠੀਆਂ ਹੋ ਕੇ ਚੱਲਦੀਆਂ ਤਾਂ ਬੜਾ ਵਧੀਆ ਲੱਗਦਾ ਹੈ। ਤੁਸੀਂ ਵੀ ਉਹਨਾਂ ਦੇ ਨਾਲ ਗਏ। ਕੀ ਲੱਗਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਜਿਹੜਾ ਰਵੱਈਆ ਨਰਮ ਕਰਨ ਦੇ ਵਿੱਚ ਕਾਮਯਾਬ ਹੋਵੇਗਾ ਜਾਂ ਨਹੀਂ ਹੋਵੇਗਾ ਪੰਜਾਬ ਦਾ ਕਿਸਾਨ? ਦੇਖੋ ਅੱਜ ਤੱਕ ਦੇ ਜੋ ਹਾਲਾਤ ਨੇ, ਮੈਨੂੰ ਨਹੀਂ ਲੱਗਦਾ ਵੀ ਮੋਦੀ ਸਰਕਾਰ ਕਿਸੇ ਵੀ ਕੰਪਰੋਮਾਈਜ਼ ਲਈ ਤਿਆਰ ਹੈ ਜੀ। ਹਾਲਾਂਕਿ ਉਹਨਾਂ ਨੇ ਕਿਸਾਨਾਂ ਨੂੰ 13 ਤਰੀਕ ਨੂੰ ਸੱਦਿਆ ਸੀ, ਕਿਸਾਨ ਜਥੇਬੰਦੀਆਂ ਨੂੰ, ਉੱਥੇ ਮੀਟਿੰਗ ਵੀ ਚੱਲੀ, ਉਸ ਤੋਂ ਬਾਅਦ 18 ਨੂੰ ਵੀ ਸੱਦਿਆ। ਪਰ ਜਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਜੀ ਦੇ ਬਿਆਨ ਆ ਰਹੇ ਨੇ, ਜੋ ਉਹਨਾਂ ਨੇ ਬਿਹਾਰ ਇਲੈਕਸ਼ਨ ਦਿੱਤੇ ਵੀ ਅਸੀਂ ਇਹ ਕਾਨੂੰਨਾਂ ਨੂੰ ਕਿਸੇ ਹਾਲਤ 'ਚ ਵਾਪਸ ਨਹੀਂ ਲਵਾਂਗੇ, 370 ਵਾਪਸ ਨਹੀਂ ਜਿਹੜੀ ਹੈ ਬਹਾਲ ਹੋਏਗੀ, ਉਹ ਤੋਂ ਸਾਫ਼ ਜ਼ਾਹਰ ਲੱਗਦਾ ਵੀ ਉਹ ਜਿਹੜਾ ਇਹ ਗੱਲ ਮਨ ਬਣਾ ਚੁੱਕੇ ਨੇ ਵੀ ਅਸੀਂ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਲਾਗੂ ਰੱਖਣਾ ਹੈ। ਹੁਣ ਕਿੰਨਾ ਕੁ ਉਹ ਪੰਜਾਬ ਲਈ ਛੋੜ ਦਿੰਦੇ ਨੇ ਇਹਨਾਂ ਕਾਨੂੰਨਾਂ 'ਚ ਜਾਂ ਕੁਝ ਸੋਧਣਾ ਕਰਦੇ ਨੇ, ਇਹ ਸਮਾਂ ਦੱਸੇਗਾ। ਪਰ ਮੌਜੂਦਾ ਹੁਣ ਤੱਕ ਦੀਆਂ ਜੋ ਵੀ ਘਟਨਾਕ੍ਰਮ ਹੈ, ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਕੋਈ ਐਸੀ ਮਨਸ਼ਾ ਹੈ, ਕਿਉਂਕਿ ਉਲਟਾ ਉਹ ਜਿਹੜਾ ਹੈ ਇਹਨਾਂ ਨੂੰ ਸਾਨੂੰ ਰਿਲੀਫ ਦੇਣ ਦੀ ਬਜਾਏ ਸਰਕਾਰ ਦੇ ਉੱਤੇ, ਪੰਜਾਬ ਦੇ ਲੋਕਾਂ ਦੇ ਉੱਤੇ ਦਬਾਅ ਬਣਾ ਰਹੀ ਹੈ, ਟ੍ਰੇਨਾਂ ਬੰਦ ਕਰਕੇ, ਮਾਲ ਗੱਡੀਆਂ ਬੰਦ ਕਰਕੇ। ਤੇ ਇਹ ਤਾਂ ਸਮਾਂ ਜਿੱਥੇ ਉਹਨਾਂ ਨੂੰ ਨਰਮ ਰਵੱਈਆ ਅਖਤਿਆਰ ਕਰਨਾ ਚਾਹੀਦਾ ਸੀ, ਇਹਦੇ ਨਾਲ ਤਾਂ ਜਿਹੜਾ ਹੋਰ ਜੇ ਮੈਂ ਕਹਾਂਗਾ ਵੀ ਉਹਨਾਂ ਦਾ ਰੁਖ ਹੈ ਜਿਹੜਾ ਉਹ ਨਾ ਪੱਖੀ ਲੱਗ ਰਿਹਾ। ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਤਾਂ ਲਗਭਗ ਸਾਰੀਆਂ ਪਾਰਟੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਆਪਾਂ ਕਿਸਾਨਾਂ ਦੇ ਨਾਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਪਾਰਟੀ ਹੈ। ਆਪਾਂ ਸੱਤਾਧਾਰੀ ਪਾਰਟੀ ਦੀ ਗੱਲ ਕਰਦੇ ਹਾਂ, ਕਾਂਗਰਸ ਪਾਰਟੀ ਦੀ। ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਸਟੈਂਡ ਨੂੰ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖੁਦ ਮੁਖਤਿਆਰੀ ਕਰਕੇ ਜਿਹੜੇ ਬਿੱਲ ਪਾਸ ਕੀਤੇ ਜਾਂਦੇ ਨੇ, ਕਿਤੇ ਨਾ ਕਿਤੇ ਠੀਕ ਰਿਹਾ ਉਹਨਾਂ ਦਾ ਖੇਤੀ ਕਾਨੂੰਨਾਂ ਦੇ ਵਿੱਚ ਸਟੈਂਡ ਜਿਹੜਾ ਸੀ? ਦੇਖੋ ਹੁਣ ਤੱਕ ਜੇ ਮੈਂ ਇਹ ਕਹਾਂਗਾ ਵੀ ਜਿੰਨਾ ਹੋਣਾ ਚਾਹੀਦਾ ਸੀ ਉਹਨਾਂ ਨਹੀਂ ਕਰ ਸਕੇ ਉਹ। ਪਹਿਲੀ ਗੱਲ ਤਾਂ ਜਦ ਇਹ ਖੇਤੀ ਕਾਨੂੰਨ ਬਣ ਰਹੇ ਸੀ
ਉਦੋਂ ਸਰਕਾਰ ਨੂੰ ਸਾਰੀ ਜਾਣਕਾਰੀ ਸੀ। ਸਰਕਾਰ ਨੂੰ ਉਹ ਜਾਣਕਾਰੀ ਜਿਹੜੀ ਹੈ ਲੋਕਾਂ ਵਿੱਚ ਨਸ਼ਰ ਕਰਨੀ ਚਾਹੀਦੀ ਸੀ। ਸਰਕਾਰ ਨੂੰ ਆਪਦਾ ਸਟੈਂਡ ਬੜਾ ਜ਼ੋਰਦਾਰ ਢੰਗ ਨਾਲ ਉੱਥੇ ਰੱਖਣਾ ਚਾਹੀਦਾ ਸੀ, ਇਹਦਾ ਵਿਰੋਧ ਕਰਨਾ ਚਾਹੀਦਾ ਸੀ ਜੀ। ਦੂਜਾ, ਇਹ ਬਿੱਲ ਜਿਹੜਾ ਹੈ ਆਰਡੀਨੈਂਸ ਪਾਸ ਹੋਣ ਤੇ ਬਿੱਲ ਪਾਸ ਹੋਣ ਦੇ ਵਿੱਚ ਦਾ ਜਿਹੜਾ ਸਮਾਂ ਸੀ, ਉਹਦੇ ਵਿੱਚ ਇੱਕ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਸੱਦੀ ਸੀ, ਜਿਸ 'ਚ ਸਾਰਿਆਂ ਨੂੰ ਪਾਰਟੀਆਂ ਨੂੰ ਬੁਲਾਇਆ ਸੀ। ਉੱਥੇ ਸਭ ਨੇ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਅੱਗੇ ਲੱਗ ਕੇ ਚੱਲੋ, ਅਸੀਂ ਤੁਹਾਡੇ ਨਾਲ ਹਾਂ। ਪਰ ਉਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕੀਤਾ। ਇੱਕ ਚਿੱਠੀ ਜ਼ਰੂਰ ਲਿਖੀ ਪ੍ਰਧਾਨ ਮੰਤਰੀ ਨੂੰ, ਪਰ ਨਾ ਪ੍ਰਧਾਨ ਮੰਤਰੀ ਜਾਂ ਕਿਸੇ ਕੇਂਦਰ ਦੇ ਮੰਤਰੀ ਨੂੰ ਮਿਲੇ, ਨਾ ਗੱਲ ਰੱਖੀ, ਨਾ ਹੀ ਕਿਸਾਨਾਂ ਦਾ ਪੱਖ ਰੱਖਿਆ, ਪੰਜਾਬ ਦਾ ਪੱਖ ਰੱਖਿਆ, ਤੇ ਉਹ ਵੀ ਸਮਾਂ ਉਹਨਾਂ ਨੇ ਜਿਹੜਾ ਹੈ ਖਰਾਬ ਕੀਤਾ। ਉਸ ਸਮੇਂ ਦੇ ਵਿੱਚ ਬਹੁਤ ਕੁਝ ਜਿਹੜਾ ਕੀਤਾ ਜਾ ਸਕਦਾ ਸੀ ਜੀ। ਤੀਜਾ, ਜਦ ਬਿੱਲ ਲਿਆਂਦੇ ਵਿਧਾਨ ਸਭਾ ਦੇ ਵਿੱਚ, ਚਾਹੇ ਮੈਂ ਇਹਨਾਂ ਦੇ ਸਮਰਥਨ ਦੇ ਵਿੱਚ ਅੱਜ ਵੀ ਸਮਰਥਨ ਜਾਂ, ਕਿਉਂਕਿ ਭਾਵੇਂ ਇਹ ਬਿੱਲ ਸੂਬੇ ਦੀ ਸਰਕਾਰ ਨਹੀਂ ਵਾਪਸ ਨਹੀਂ ਲੈ ਸਕਦੀ, ਇਹਦੇ 'ਚ ਰਾਸ਼ਟਰਪਤੀ ਦੀ ਮਰਜ਼ੀ ਤੋਂ ਬਿਨਾਂ ਸੋਧਣਾ ਨਹੀਂ ਕਰ ਸਕਦੀ, ਪਰ ਇੱਕ ਬਿੱਲਾਂ ਦੇ ਨਾਲ ਅਸੀਂ ਕੇਂਦਰ ਨੂੰ ਮੈਸੇਜ ਜ਼ਰੂਰ ਭੇਜਿਆ ਵੀ ਉਹਨਾਂ ਦੀ ਜਿਹੜੀ ਤਾਨਾਸ਼ਾਹੀ ਰਾਜਨੀਤੀ ਹੈ ਉਹ ਅਸੀਂ ਪੰਜਾਬ ਦੇ ਲੋਕ ਸਹਿਣ ਨਹੀਂ ਕਰਾਂਗੇ, ਅਸੀਂ ਸਾਰੀਆਂ ਪਾਰਟੀਆਂ ਇਕੱਠੀਆਂ ਜੀ। ਪਰ ਨਾਲ ਹੀ ਮੈਂ ਉੱਥੇ ਜਿਸ ਦਿਨ ਬਿੱਲ ਪਾਸ ਹੋਇਆ, ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਤੇ ਦਿੱਲੀ ਧਰਨੇ ਤੇ ਵੀ ਬੇਨਤੀ ਕੀਤੀ ਸੀ ਵੀ ਇਹ ਬਿੱਲਾਂ ਨੂੰ ਪਾਸ ਕਰਨ ਦੇ ਨਾਲ ਨਾਲ, ਕਿਉਂਕਿ ਇਹ ਕੇਂਦਰੀ ਬਿੱਲ ਨੇ, ਕੇਂਦਰੀ ਬਿੱਲਾਂ ਦੇ ਅਸੀਂ ਸੋਧਣਾ ਕੀਤੀ ਹੈ ਵਿਧਾਨ ਸਭਾ ਨੇ, ਸ਼ਾਇਦ ਉਹ ਲੀਗਲ ਜਿਹੜੀ ਆ ਉਹਦੀ ਕੋਈ ਉਨੀ ਅਹਿਮੀਅਤ ਨਾ ਰਹੇ, ਪਰ ਸਾਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਸੈਪਰੇਟ ਬਿੱਲ ਲਿਆਉਣਾ ਚਾਹੀਦਾ, ਪੰਜਾਬ ਦਾ ਐਕਟ ਸੈਪਰੇਟ ਬਣਾਉਣਾ ਚਾਹੀਦਾ, ਜਿਹਦੇ 'ਚ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਇਨਸ਼ੋਰ ਕਰੀਏ, ਅਸੀਂ ਜਿਹੜਾ ਐਸ਼ੋਰ ਕਰੀਏ ਵੀ ਕਿਸਾਨ ਦੀ ਜਿਹੜੀ ਫਸਲ ਹੈ ਉਹ MSP ਤੋਂ ਥੱਲੇ ਭਾਅ ਤੇ ਪੰਜਾਬ ਦੇ ਵਿੱਚ ਨਹੀਂ ਵਿਕੇਗੀ। ਉਹ ਸੂਬਾ ਸਰਕਾਰ ਆਪਦਾ ਸੈਪਰੇਟ ਬਿੱਲ ਲਿਆ ਸਕਦੀ ਹੈ ਜੀ। ਪਰ ਸਾਹਿਬ ਮਾਫ ਕਰਨਾ, ਸਵਾਲ ਤਾਂ ਉਹੀ ਵੱਡੇ ਨਾ, ਕਿਉਂਕਿ ਜੇਕਰ ਆਪਾਂ ਗੱਲ ਕਰਦੇ ਸੰਵਿਧਾਨਿਕ ਤੌਰ ਤੇ ਕੀ ਸੂਬਾ ਸਰਕਾਰ ਕੇਂਦਰ ਦੇ ਵੱਲੋਂ ਲਿਆਂਦੇ ਗਏ ਬਿੱਲਾਂ ਨੂੰ ਰੱਦ ਕਰ ਸਕਦੀ ਹੈ? ਜੇਕਰ ਕਰ ਸਕਦੀ ਹੈ ਤਾਂ ਕਿਉਂ ਨਹੀਂ ਹੋਏ? ਜੇਕਰ ਨਹੀਂ ਕਰ ਸਕਦੀ ਤਾਂ ਕਿਉਂ ਜਿਹੜੇ ਆ ਲੋਕਾਂ ਦੇ ਵਿੱਚ ਝਾਂਸਾ ਰੱਖਿਆ ਗਿਆ ਕਿ ਪੰਜਾਬ ਦੀ ਜਿਹੜੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਦੇ ਵੱਲੋਂ ਬਿੱਲ ਪਾਸ ਕੀਤੇ ਗਏ ਉਹਦਾ ਕੋਈ ਵਟਿਆ ਤਾਂ ਗਿਆ ਨਹੀਂ? ਫਿਰ ਵੀ ਨਹੀਂ, ਦੇਖੋ ਜਿਹੜੇ ਬਿੱਲ ਹੁੰਦੇ ਨੇ ਇਹ ਕਿਉਂਕਿ ਐਗਰੀਕਲਚਰ ਇਹ ਦੇ ਵਿੱਚ ਦੋਨੇ ਸੂਬਾ ਸਰਕਾਰ ਇਹ ਕੰਕਰੈਂਟ ਲਿਸਟ 'ਚ ਆਉਂਦੇ ਆ, ਸੂਬਾ ਸਰਕਾਰ ਤੇ ਜਿਹੜੀ ਹੈ ਫੈਡਰਲ ਗਵਰਨਮੈਂਟ ਜਿਹੜੀ ਸਾਡੀ ਦੇਸ਼ ਦੀ ਸਰਕਾਰ ਹੈ, ਉਹ ਦੋਨੇ ਕਾਨੂੰਨ ਬਣਾ ਸਕਦੇ ਆ ਜੀ। ਤੇ ਜਿਹੜਾ ਕੋਈ ਕੇਂਦਰ ਦਾ ਬਣਾਇਆ ਹੋਇਆ ਬਿੱਲ ਹੈ ਉਹਦੇ 'ਚ ਸੂਬਾ ਸਰਕਾਰ ਸੋਧਨਾ ਕਰ ਸਕਦੀ ਹੈ ਕੰਕਰੈਂਟ ਲਿਸਟ ਵਾਲਿਆਂ 'ਚ ਸਿਰਫ, ਪਰ ਉਹ ਜਿਹੜੀ ਸੋਧਨਾ ਹੈ ਉਹ ਸਿਰਫ ਉਹਨਾਂ ਦੇ ਸੂਬੇ ਤੱਕ ਸੀਮਿਤ ਹੁੰਦੀ ਹੈ, ਸਿਰਫ ਪੰਜਾਬ 'ਚ ਸੀਮਿਤ ਹੋਏਗੀ, ਪਰ ਉਹਨੂੰ ਸੋਧਨਾ ਨੂੰ ਮਨਜ਼ੂਰ ਕਰਨਾ ਰਾਸ਼ਟਰਪਤੀ ਦੇ ਹੱਥ 'ਚ ਹੁੰਦਾ ਹੈ। ਰਾਸ਼ਟਰਪਤੀ ਨੇ ਉਹਨੂੰ ਸੋਧਨਾ ਨੂੰ ਮਨਜ਼ੂਰ ਕਰਨਾ ਹੁੰਦਾ ਹੈ। ਸੋ ਇਸ ਲਈ ਉਹ ਜਿਹੜਾ ਅਮੈਂਡਡ ਐਕਟ ਲਿਆਂਦਾ ਸੀ ਪੰਜਾਬ ਦਾ, ਉਹ ਪੰਜਾਬ ਦੀ ਵਿਧਾਨ ਸਭਾ ਕੋਲ ਲੀਗਲ ਅਧਿਕਾਰ ਹਨ, ਕਿਉਂਕਿ ਉਹ ਕੰਕਰੈਂਟ ਲਿਸਟ 'ਚ ਆਉਂਦਾ ਤੇ ਮਨਜ਼ੂਰੀ ਦੇਣੀ ਹੈ ਰਾਸ਼ਟਰਪਤੀ ਨੇ ਜੀ। ਪਰ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਕਿਉਂਕਿ ਕੇਂਦਰ ਸਰਕਾਰ ਦੇ ਕਹੇ ਤੇ ਕੰਮ ਕਰਦੇ ਨੇ, ਬਿਲਕੁਲ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮੈਨੂੰ ਲੱਗਦਾ ਵੀ ਇਹ ਸ਼ਾਇਦ ਉਹ ਨਾ ਜਿਹੜਾ ਹੈ ਇਹਨੂੰ ਮਨਜ਼ੂਰੀ ਦੇਣ। ਤਾਂ ਹੀ ਮੈਂ ਕਿਹਾ ਸੀਗਾ ਵੀ ਇੱਕ ਸੈਪਰੇਟ ਬਿੱਲ ਤੁਸੀਂ ਪੰਜਾਬ ਐਕਟ ਲਿਆਓ, ਜਿਹਨੂੰ ਸਾਨੂੰ ਰਾਸ਼ਟਰਪਤੀ ਕੋਲ ਜਾਣ ਦੀ ਲੋੜ ਹੀ ਨਹੀਂ, ਉਹ ਗਵਰਨਰ ਹੀ ਮਨਜ਼ੂਰੀ ਦੇ ਸਕਦਾ ਜੀ। ਤੇ ਉਹ ਸੂਬੇ ਕੋਲ ਅਧਿਕਾਰ ਹੈ। ਹੋਰ ਸਟੇਟਸ ਨੇ, ਕੇਰਲ ਨੇ ਵੀ ਕੀਤਾ ਹੈਗਾ ਵੀ ਅਸੀਂ MSP ਤੋਂ ਘੱਟ ਕੋਈ ਫਸਲ ਪੰਜਾਬ 'ਚ ਨਾ ਵਿਕੇ, ਚਾਹੇ ਕੋਈ ਪ੍ਰਾਈਵੇਟ ਖਰੀਦਦਾ ਹੈ ਚਾਹੇ ਸਰਕਾਰੀ ਖਰੀਦਦੀ ਹੈ, ਉਹ ਘੱਟੋ ਘੱਟ ਸਮਰਥਨ ਮੁੱਲ ਤੋਂ ਉੱਤੇ ਹੀ ਵਿਕੇਗੀ। ਸੋ ਐਸਾ ਐਕਟ ਸੂਬੇ ਦੀ ਸਰਕਾਰ ਲਿਆ ਸਕਦੀ ਹੈ, ਜਿਹੜੀ ਉਹ ਨਹੀਂ ਲੈ ਕੇ ਆਏ। ਸੋ ਮੇਰਾ ਇਹ ਹੈ ਵੀ ਜਿਹੜਾ ਦਿੱਲੀ ਜਾਣਾ ਸੀ ਉਹ ਇੱਕ ਵਧੀਆ ਸੰਕੇਤਕ ਜਿਹੜਾ ਹੈ ਧਰਨਾ ਸੀਗਾ, ਤਾਂ ਕਿ ਸਾਡੇ ਸਮਾਂ ਸੀ ਇਕਜੁੱਟਤਾ ਦਿਖਾਉਣ ਦਾ ਵੀ ਅਸੀਂ ਸਾਰੀਆਂ ਸਿਆਸੀ ਧਿਰਾਂ ਆਪਦੇ ਮਤਭੇਦ ਭੁਲਾ ਕੇ ਕਿਸਾਨਾਂ ਦੇ ਨਾਲ ਖੜੀਆਂ। ਪਰ ਸੂਬਾ ਸਰਕਾਰ ਜੋ ਕਰ ਸਕਦੀ ਸੀ ਉਹ ਹਜੇ ਪੂਰਾ ਨਹੀਂ ਉਹਨੇ ਕੀਤਾ, ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਤੇ ਅਸੀਂ ਆਸ ਕਰਦੇ ਹਾਂ, ਮੈਂ ਚਿੱਠੀ ਵੀ ਲਿਖੀ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਸਾਰੀਆਂ ਜਿਹੜੀਆਂ ਮੇਰੀਆਂ ਜਿਹੜੀਆਂ ਡਿਮਾਂਡ ਨੇ ਸਾਡੀਆਂ, ਉਹਨਾਂ ਤਹਿਤ ਅਗਲਾ ਜਦ ਵੀ ਸੈਸ਼ਨ ਆਉਂਦਾ ਜਾਂ ਸਪੈਸ਼ਲ ਸੈਸ਼ਨ ਬਣਾ ਕੇ ਇਹ ਜਿਹੜਾ ਨਵਾਂ ਬਿੱਲ ਲੈ ਕੇ ਆਵੇ। ਜਿਹੜੇ ਤੁਸੀਂ ਐਕਟ ਦੀ ਗੱਲ ਕਰਦੇ ਹੋ, ਕੀ ਰਾਜਪਾਲ ਜੀ ਉੱਤੇ ਮੋਹਰ ਲਾਉਣਗੇ? ਨਹੀਂ, ਕੋਈ ਬੰਦਿਸ਼ ਨਹੀਂ ਹੈ ਰਾਜਪਾਲ ਨੂੰ, ਕਿਉਂਕਿ MSP ਕੋਈ ਵੀ ਸੂਬੇ ਦੀ ਸਰਕਾਰ ਇਨਸ਼ੋਰ ਕਰ ਸਕਦੀ ਹੈ ਤੇ ਕੇਂਦਰ ਸਰਕਾਰ ਦਾ ਕੋਈ ਐਕਟ ਨਹੀਂ ਜਿਹਦੇ ਅਗੇਂਸਟ ਹੋ ਜਾਂਦਾ ਹੋਏਗਾ। ਕਿਤੇ ਵੀ ਕੇਂਦਰ ਸਰਕਾਰ ਦੇ ਕਿਸੇ ਐਕਟ 'ਚ ਇਹ ਧਾਰਾ ਨਹੀਂ ਹੈ ਵੀ ਕੋਈ ਵੀ ਸੂਬਾ ਸਰਕਾਰ MSP ਇਨਫੋਰਸ ਨਹੀਂ ਕਰ ਸਕਦੀ। ਜਦ ਕੇਂਦਰ ਸਰਕਾਰ ਖੁਦ MSP ਕੇਂਦਰ ਸਰਕਾਰ ਅਨਾਉਂਸ ਕਰਦੀ ਹੈ,
ਉਹ ਖੁਦ MSP ਤੋਂ ਘੱਟ ਨਹੀਂ ਖਰੀਦ ਸਕਦੀ ਕੋਈ ਫਸਲ, ਜਦੋਂ ਮਾਰਕੀਟ 'ਚ ਜਾਂਦੀ ਹੈ ਖੁਦ ਅਨਾਉਂਸ ਕੀਤੇ ਹੋਏ ਭਾਅ ਤੋਂ ਥੱਲੇ ਨਹੀਂ ਖਰੀਦਦੀ, ਤਾਂ ਸੂਬੇ ਸਰਕਾਰ ਨੂੰ ਕਿਵੇਂ ਰੋਕ ਸਕਦੀ ਹੈ ਇਸ ਐਕਟ ਨੂੰ ਲਿਆਉਣ ਤੋਂ? ਸੋ ਇਸ ਤਰ੍ਹਾਂ ਦੀ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਲੀਗਲ ਕੋਈ ਅੜਚਨ ਹੈਗੀ ਹੈ ਜਿਹ 'ਚ ਕੋਈ ਬੰਦਿਸ਼ ਹੋਵੇ। ਜੀ, ਔਰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਸੀ ਉਹਨੂੰ ਪ੍ਰਵਾਨ ਕਰਕੇ ਉਹਨਾਂ ਦੇ ਨਾਲ ਜਾਂਦੇ ਹੋ, ਔਰ ਉਸ ਤੋਂ ਬਾਅਦ ਹਾਲਾਂਕਿ ਜਦੋਂ ਬਿੱਲ ਪਾਸ ਹੁੰਦੇ ਨੇ ਤਾਂ ਜਿਹੜੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਉਦੋਂ ਨਜ਼ਰ ਆਉਂਦੇ ਨੇ, ਪਰ ਬਾਅਦ ਦੇ ਵਿੱਚ ਜਿਹੜੀਆਂ ਸੁਰਾਂ ਨੇ ਵੱਖ ਕਰ ਲਈਆਂ ਜਾਂਦੀਆਂ ਨੇ, ਔਰ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸੱਦਾ ਭੇਜਿਆ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਹੀਂ ਜਾਂਦੇ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਸੀਗੀ, ਜੇਕਰ ਨਾਲ ਤੁਰਦੇ ਅਰਵਿੰਦ ਕੇਜਰੀਵਾਲ ਦਾ ਸਾਥ ਹੁੰਦਾ ਤਾਂ ਵੱਡੇ ਪੱਧਰ ਤੇ ਅੰਦੋਲਨ ਹੁੰਦਾ ਤੇ ਕੇਂਦਰ ਨੂੰ ਜਲਦੀ ਜਗਾਇਆ ਜਾ ਸਕਦਾ ਸੀਗਾ? ਨਹੀਂ, ਦੇਖੋ ਮੈਂ ਕੋਈ ਕਿਸੇ ਤੇ ਕਿਉਂਕਿ ਇਹ ਬੜਾ ਸੰਵੇਦਨਸ਼ੀਲ ਮੁੱਦਾ ਹੈ, ਮੈਂ ਕਿਸੇ ਦੀ ਕੋਈ ਰੋਪਣ ਜਾਂ ਕਿਸੇ ਦੇ ਦੋਸ਼ ਨਹੀਂ ਲਾਉਣਾ ਚਾਹੁੰਦਾ। ਮੈਂ ਸਿਰਫ ਇੰਨਾ ਜ਼ਰੂਰ ਕਹਿੰਦਾ ਵੀ ਜੇ ਉਹ ਜਾਂਦੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤਾਂ ਬੜਾ ਵਧੀਆ ਸੰਕੇਤ ਜਾਣਾ ਸੀ ਸਾਰੇ ਦੇਸ਼ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਆਪਦੇ ਮਤਭੇਦ ਭੁਲਾ ਕੇ ਅੱਜ ਕੇਂਦਰ ਨਾਲ ਉਹਨਾਂ ਨੇ ਆਡਾ ਲਾਇਆ ਹੈਗਾ। ਤੇ ਇੱਕ ਕਿਤੇ ਨਾ ਕਿਤੇ ਮੈਨੂੰ ਤਾਂ ਸ਼ਾਇਦ ਕੇਂਦਰ ਸਰਕਾਰ ਤੇ ਵੀ ਦਬਾਅ ਪੈਂਦਾ ਵੀ ਹੁਣ ਜਦ ਕੇਂਦਰ ਨੂੰ ਹੀ ਲੱਗ ਰਿਹਾ ਵੀ ਇਹ ਆਪ ਹੀ ਨਹੀਂ ਇਕੱਠੇ ਸੂਬੇ ਵਾਲੇ ਤਾਂ ਇਹ ਸਾਡਾ ਕੀ ਕਰਨਗੇ ਜਾਂ ਸਾਡੇ ਤੇ ਕੀ ਦਬਾਅ ਬਣਾ ਸਕਦੇ ਆ। ਸੋ ਇੱਕ ਮੈਸੇਜ ਦੇਣ ਦਾ ਹੀ ਮੌਕਾ ਸੀ। ਮੈਨੂੰ ਇਹ ਲੱਗਦਾ ਵੀ ਦੋਨੇ ਪਾਰਟੀਆਂ ਕਿਤੇ ਨਾ ਕਿਤੇ ਡਰ ਗਈਆਂ, ਉਹਨਾਂ ਦੀਆਂ ਪੋਲੀਟੀਕਲ ਕੰਸੀਡਰੇਸ਼ਨਸ ਹੋਈਆਂ ਵੀ ਕਿਤੇ ਕੈਪਟਨ ਅਮਰਿੰਦਰ ਸਿੰਘ ਹੀਰੋ ਹੀ ਨਾ ਬਣ ਜੇ। ਇਹ ਕਿਵੇਂ ਬਣ ਸਕਦੇ ਆ? ਆਖਰ ਇਹ ਤਾਂ ਲੜਾਈ ਕਿਸਾਨਾਂ ਦੀ ਲੜਾਈ ਹੈ ਤੇ ਕਿਸਾਨ ਹੀ ਲੜ ਰਹੇ ਆ ਮੂਹਰੇ ਲੜ ਕੇ, ਤੇ ਕੋਈ ਬੰਦਾ ਇਹ ਸੋਚੇ ਵੀ ਫਲਾਣਾ ਕੋਈ ਹੀਰੋ ਬਣ ਜੂਗਾ, ਫਲਾਣਾ ਕੋਈ ਫਾਇਦਾ ਲੈ ਜਾਊਗਾ। ਇਸ ਚੋਂ ਇਹੀ ਜਿਹੜੀ ਹੁਣ ਤੱਕ ਮਾੜੀ ਗੱਲ ਹੈ ਵੀ ਅਸੀਂ ਇਹੀ ਸੋਚੀ ਜਾ ਰਹੇ ਹਾਂ ਵੀ ਇਹਦਾ ਫਾਇਦਾ ਨੁਕਸਾਨ ਕੀ ਹੈ। ਸਾਨੂੰ ਤਾਂ ਜਿੱਥੇ ਸੋਚਣਾ ਚਾਹੀਦਾ ਕਿਸਾਨਾਂ ਬਾਰੇ, ਅਸੀਂ ਅੱਜ ਵੀ ਆਪਦੇ ਸਿਆਸੀ ਫਾਇਦੇ ਨੁਕਸਾਨ ਉਹਦੇ ਚੋਂ ਦੇਖ ਰਹੇ ਹਾਂ। ਸੋ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਤੇ ਹਜੇ ਵੀ ਸਮਾਂ ਹੈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਕਾਮਨ ਪ੍ਰੋਗਰਾਮ ਕੱਢਣਾ ਚਾਹੀਦਾ ਤੇ ਨਾਲ ਹੀ ਕਿਸਾਨਾਂ ਦੇ ਨਾਲ ਵੀ ਖੁੱਲ੍ਹ ਕੇ ਸਾਥ ਦੇਣਾ ਚਾਹੀਦਾ ਕਿਸਾਨ ਜਥੇਬੰਦੀਆਂ ਦਾ। ਜੀ, ਔਰ ਕਾਨੂੰਨ ਬਣਨ ਤੋਂ ਪਹਿਲਾਂ ਜਦੋਂ ਆਰਡੀਨੈਂਸ ਲਿਆਂਦੇ ਗਏ ਸੀਗੇ ਤਾਂ ਭਾਜਪਾ ਦਾ ਇਹ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੀ ਭਾਂਪ ਸੀਗੀ, ਇਹਦਾ ਪਤਾ ਸੀਗਾ ਕਿ ਜਿਹੜੇ ਬਿੱਲ ਆ ਆਉਣਗੇ। ਹਾਲਾਂਕਿ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਭਣਕ ਨਹੀਂ ਸੀਗੀ ਕਿ ਖੇਤੀ ਕਾਨੂੰਨ ਬਿੱਲ ਆਉਣਗੇ। ਕਿ ਤੁਸੀਂ ਲੰਬਾ ਸਮਾਂ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਹੋ ਔਰ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਸੀਗਾ ਇਸ ਚੀਜ਼ ਦਾ? ਦੇਖੋ, ਬੜੇ ਕਲੀਅਰ ਕੱਟ ਸਿਸਟਮਸ ਹੁੰਦੇ ਨੇ ਗਵਰਨਮੈਂਟ ਦੇ ਫੰਕਸ਼ਨਿੰਗ ਦੇ। ਕੋਈ ਵੀ ਬਿੱਲ ਜਿਹੜਾ ਆਉਂਦਾ ਹੈ ਉਹ ਕੱਲਾ ਉਸ ਮਹਿਕਮਾ ਜਿਹੜਾ ਲੈ ਕੇ ਆਉਂਦਾ ਉਹਦੀ ਨਜ਼ਰਸ਼ਾਨੀ ਨਹੀਂ ਕਰਦਾ, ਬਲਕਿ ਨਾਲ ਸਾਰੇ ਕੰਸਰਨ ਡਿਪਾਰਟਮੈਂਟਸ ਨੇ ਜਿਹੜੇ, ਜਿੱਥੇ ਫਾਈਨੈਂਸ ਮੈਟਰ ਹੈ ਫਾਈਨੈਂਸ ਕੋਲੇ ਜਾਂਦਾ ਹੈ, ਜਿੱਥੇ ਕੋਈ ਹੋਰ ਡਿਪਾਰਟਮੈਂਟ ਨੇ ਜਿਵੇਂ ਫੂਡ ਐਂਡ ਸਿਵਲ ਸਪਲਾਈਜ਼ ਇਹਦੇ ਵਿੱਚ ਆਉਂਦਾ ਹੈ, ਫੂਡ ਪ੍ਰੋਸੈਸਿੰਗ ਆਉਂਦਾ, ਉਹਨੇ ਸਾਰੇ ਮਹਿਕਮਿਆਂ ਕੋਲੇ ਉਹ ਬਿੱਲਸ ਨੂੰ ਭੇਜਿਆ ਜਾਂਦਾ ਹੈ ਵੀ ਤੁਸੀਂ ਜਿਹੜਾ ਆਪਦੀ ਰਾਏ ਦਿਓ ਇਹਨਾਂ ਤੇ। ਜੀ, ਤੇ ਸੁਭਾਵਿਕ ਹੈ ਵੀ ਇਹ ਬਿੱਲ ਕਿਉਂਕਿ ਜਿਹੜਾ ਫੂਡ ਦੇ ਨਾਲ ਸੰਬੰਧਿਤ ਹੈ, ਖੇਤੀਬਾੜੀ ਨਾਲ ਸੰਬੰਧਿਤ ਹੈ, ਫੂਡ ਪ੍ਰੋਸੈਸਿੰਗ ਮਿਨਿਸਟਰੀ ਕੋਲ ਵੀ ਗਿਆ ਹੋਏਗਾ। ਜੀ, ਫੂਡ ਪ੍ਰੋਸੈਸਿੰਗ ਮਿਨਿਸਟਰੀ ਨੇ ਕੀ ਉਹਦੇ ਤੇ ਰਾਏ ਦਿੱਤੀ ਇਹ ਦਾ ਪਤਾ ਕਰਨਾ ਚਾਹੀਦਾ ਵੀ ਕੀ ਫੂਡ ਪ੍ਰੋਸੈਸਿੰਗ ਉਹਨਾਂ ਨੂੰ। ਸੋ ਇਸ ਕਰਕੇ ਕਹਿਣਾ ਵੀ ਸਾਡੇ ਕੋਲ ਤਾਂ ਜਾਣਕਾਰੀ ਨਹੀਂ ਸੀ। ਫਿਰ ਜਿਹੜਾ ਵੀ ਕੋਈ ਏਜੰਡਾ ਹੁੰਦਾ ਸਰਕਾਰ ਦਾ ਕੈਬਨਿਟ ਦਾ, ਉਹ ਕੁਝ ਦਿਨ ਪਹਿਲਾਂ ਸਰਕੂਲੇਟ ਕੀਤਾ ਜਾਂਦਾ ਹੈ ਤਾਂ ਕਿ ਸਾਰੇ ਮੰਤਰੀ ਜਿਹੜੇ ਉਹਨੂੰ ਪੜ੍ਹ ਸਕਣ। ਸਾਰੇ ਏਜੰਡਾ ਨੂੰ, ਸਾਰੇ ਮਹਿਕਮਿਆਂ ਦੇ ਏਜੰਡੇ ਜਿਹੜੇ ਹੁੰਦੇ ਨੇ ਉਹ ਸਾਰੇ ਕੈਬਨਿਟ ਮਿਨਿਸਟਰ ਨੂੰ ਦਿੱਤੇ ਜਾਂਦੇ ਨੇ ਤਾਂ ਕਿ ਦੂਜੇ ਮਹਿਕਮੇ ਦੇ ਵੀ ਜਿਹੜਾ ਕੋਈ ਏਜੰਡਾ ਹੈ ਕੈਬਨਿਟ ਮਿਨਿਸਟਰ ਪੜ੍ਹ ਸਕੇ, ਆਪਦੀ ਰਾਏ ਦੇ ਸਕੇ ਉੱਥੇ, ਕਿਉਂਕਿ ਕਲੈਕਟਿਵ ਜਿਹੜੀ ਹੈ ਰਿਸਪੌਂਸਿਬਿਲਿਟੀ ਦੇ ਤਹਿਤ ਸਰਕਾਰ ਚੱਲਦੀ ਹੈ। ਉਹਨਾਂ ਨੂੰ ਉਹ ਵੀ ਜ਼ਰੂਰ ਗਿਆ ਹੋਏਗਾ ਉੱਥੇ। ਜਦ ਪਾਸ ਹੋਇਆ ਤਾਂ ਉੱਥੇ ਹਰਸਿਮਰਤ ਕੌਰ ਬਾਦਲ ਉੱਥੇ ਕੀ ਆਪਦੀ ਰਾਏ ਦਿੱਤੀ, ਕੀ ਉਹਨਾਂ ਨੇ ਉਹਦਾ ਵਿਰੋਧ ਕੀਤਾ ਉੱਥੇ ਜਾਂ ਇਤਰਾਜ਼ ਜਤਾਇਆ, ਇਹ ਵੀ ਜਿਹੜਾ ਹੈ ਸਾਰਾ ਕੈਬਨਿਟ ਦਾ ਹਿੱਸਾ ਹੋਏਗਾ ਕਿਉਂਕਿ ਕੈਬਨਿਟ ਦੀਆਂ ਪ੍ਰੋਸੀਡਿੰਗਸ ਸਾਰੀਆਂ ਨੋਟ ਹੁੰਦੀਆਂ ਨੇ, ਇੱਕ ਇੱਕ ਪ੍ਰੋਸੀਡਿੰਗ ਲਿਖੀ ਜਾਂਦੀ ਹੈ ਵੀ ਕਿਹੜੇ ਮੰਤਰੀ ਦੀ ਕੀ ਰਾਏ ਸੀ। ਜੀ, ਸੋ ਜੇ ਕਿਤੇ ਉਹਨਾਂ ਦੀ ਕੋਈ ਉਹਨਾਂ ਨੇ ਗੱਲ ਕਹੀ ਹੁੰਦੀ ਤਾਂ ਹੁਣ ਤੱਕ ਲਿਆ ਕੇ ਦਿਖਾਉਂਦੇ ਲੋਕਾਂ ਨੂੰ ਵੀ ਯਾਰ ਦੇਖੋ ਅਸੀਂ ਤਾਂ ਉੱਥੇ ਬੜਾ ਰੌਲਾ ਪਾਇਆ ਸੀ। ਸੋ ਮੇਰਾ ਮੰਨਣਾ ਇਹ ਹੈ ਵੀ ਕਿਤੇ ਨਾ ਕਿਤੇ ਬੀਜੇਪੀ ਇਸ ਗੱਲ 'ਚ ਸਹੀ ਹੈ ਹੋਣੇ ਵੀ ਉਹਨਾਂ ਨੇ ਜਾਣਕਾਰੀ ਵੀ ਦਿੱਤੀ, ਉਹਨਾਂ ਦੀ ਰਾਏ ਵੀ ਲਈ ਤੇ ਤਾਂ ਹੀ ਨਹੀਂ ਬਿਨਾਂ ਰਾਏ ਲਏ ਤਾਂ ਇੰਨਾ ਚਿਰ ਕਿਉਂ ਉਹਦਾ ਸਮਰਥਨ ਕਰਦੇ ਰਹੇ। ਜੀ, ਸੁਖਬੀਰ ਸਿੰਘ ਬਾਦਲ ਵੀ, ਬੀਬਾ ਹਰਸਿਮਰਤ ਕੌਰ ਬਾਦਲ ਵੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਉਹਨਾਂ ਤੋਂ ਕਰਵਾਇਆ ਵੀ ਇਹਨਾਂ ਦਾ ਸਮਰਥਨ ਵੀ ਬਹੁਤ ਵਧੀਆ ਬਿੱਲ ਨੇ, ਕਿਸਾਨ ਹਿਤੈਸ਼ੀ ਬਿੱਲ ਨੇ, ਵਿਰੋਧੀ ਪਾਰਟੀਆਂ ਤੇ ਜਾਣ ਬੁੱਝ ਕੇ ਇਹਨੂੰ ਉਛਾਲ ਰਹੀਆਂ ਨੇ। ਤੇ ਫਿਰ ਜੇ
ਉਹਨਾਂ ਨੂੰ ਪਤਾ ਹੀ ਨਹੀਂ ਸੀ ਫਿਰ ਕਿਵੇਂ ਉਹਨਾਂ ਨੇ ਇਹਨਾਂ ਨੂੰ ਕਿਸਾਨ ਹਿਤੈਸ਼ੀ ਕਹਿਤਾ ਬਿੱਲਾਂ ਨੂੰ। ਜੀ ਸੋ ਅੱਜ ਮਾਹੌਲ ਨੂੰ ਜਿਹੜਾ ਹੈ ਕਿਸਾਨਾਂ ਦਾ ਰਵੱਈਆ, ਇਹ ਸਾਰੀਆਂ ਚੀਜ਼ਾਂ ਨੂੰ ਬਦਲਦੇ ਦੇਖ ਕੇ ਉਹਨਾਂ ਨੇ ਆਪਦਾ ਸਟੈਂਡ ਬਦਲ ਲਿਆ। ਪਰ ਕਿਤੇ ਨਾ ਕਿਤੇ ਉਹਨਾਂ ਨੂੰ ਸਾਰੀ ਜਦ ਬਿੱਲ ਪਾਸ ਹੋਏ ਪੂਰੀ ਜਾਣਕਾਰੀ ਸੀ, ਤੇ ਇਹ ਹੋ ਹੀ ਨਹੀਂ ਸਕਦਾ ਵੀ ਕੈਬਨਿਟ ਮਿਨਿਸਟਰ ਦੀ ਕੈਬਨਿਟ 'ਚ ਪਾਸ ਹੋਇਆ ਹੋਵੇ ਤੇ ਉਹਨਾਂ ਨੂੰ ਜਾਣਕਾਰੀ ਨਾ ਹੋਵੇ ਵੀ ਕੀ ਹੈ ਇਹ। ਨਾਲੇ ਉਹਨਾਂ ਦੇ ਮਹਿਕਮੇ ਦੇ ਨਾਲ ਕਿਤੇ ਨਾ ਕਿਤੇ ਰਿਲੇਟਡ ਬਿੱਲ ਹੈ ਇਹ, ਫੂਡ ਪ੍ਰੋਸੈਸਿੰਗ ਤੇ ਐਗਰੀਕਲਚਰ, ਇਹ ਸਾਰੇ ਰਿਲੇਟਡ ਡਿਪਾਰਟਮੈਂਟਸ ਨੇ, ਇਹਨਾਂ 'ਚ ਸਾਰੇ ਸਰਕੂਲੇਟ ਹੁੰਦੇ ਨੇ ਇਨਫੋਰਮੇਸ਼ਨ। ਜੀ ਇਹ ਚੀਜ਼ ਹੈਗੀ ਹੈ। ਔਰ ਢੀਂਡਸਾ ਸਾਹਿਬ, ਮੈਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਤੁਸੀਂ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਹੋ, ਬਾਦਲ ਪਰਿਵਾਰ ਦੇ ਨਾਲ ਜੁੜੇ ਰਹੇ ਹੋ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਮੁਖਤਿਆਰੀ ਕਰਦੇ ਸੀਗੇ ਪਾਰਟੀ ਦੀ, ਤਾਂ ਉਦੋਂ ਪਾਰਟੀ ਜ਼ਿਆਦਾ ਜ਼ੋਰੇਵਰ ਸੀਗੀ, ਜ਼ਿਆਦਾ ਜਿਹੜਾ ਵਧੀਆ ਤਰੀਕੇ ਦੇ ਨਾਲ ਘਟਨਾਕ੍ਰਮ ਚੱਲ ਰਿਹਾ ਸੀਗਾ। ਉਸ ਤੋਂ ਬਾਅਦ ਜਦੋਂ ਖੁਦ ਮੁਖਤਿਆਰੀ ਸੁਖਬੀਰ ਸਿੰਘ ਬਾਦਲ ਦੇ ਹੱਥ ਆ ਜਾਂਦੀ ਹੈ, ਕਿਤੇ ਨਾ ਕਿਤੇ ਤਰੇੜਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ, ਬ੍ਰਹਮਪੁਰਾ ਜੀ ਵੱਖਰੇ ਹੋ ਜਾਂਦੇ ਨੇ, ਢੀਂਡਸਾ ਪਰਿਵਾਰ ਵੱਖਰਾ ਹੋ ਜਾਂਦਾ ਹੈ, ਕਿਤੇ ਨਾ ਕਿਤੇ ਤਰੇੜਾਂ ਵੱਧ ਗਈਆਂ ਨੇ। ਦੇਖੋ ਇਹ ਤੁਹਾਡੀ ਗੱਲ ਕਿਤੇ ਨਾ ਕਿਤੇ ਇਹਦੇ 'ਚ ਥੋੜ੍ਹੀ ਮੋਟੀ ਸੱਚਾਈ ਜ਼ਰੂਰ ਹੈ ਕਿ ਜਿਹੜੀ ਪਾਰਟੀ ਦੀ ਫੰਕਸ਼ਨ ਹੈਗੀ ਹੈ ਉਹ ਤਕਰੀਬਨ ਪ੍ਰਧਾਨ ਦੇ ਹੱਥ 'ਚ ਹੀ ਸਾਰਾ ਕੁਝ ਹੁੰਦਾ ਹੈ। ਚਾਹੇ ਪ੍ਰਧਾਨ ਸਾਰੇ ਨਾਲ ਸਲਾਹ ਲੈ ਕੇ ਕੰਮ ਕਰ ਲੇ, ਚਾਹੇ ਪ੍ਰਧਾਨ ਆਪਦੀ ਮਰਜ਼ੀ ਨਾਲ ਕੰਮ ਕਰ ਲੇ। ਇਹ ਜਿਹੜੀਆਂ ਸਾਰੀਆਂ ਫੰਕਸ਼ਨਿੰਗ ਤੇ ਸਾਰੀਆਂ ਗੱਲਾਂ ਜਿਹੜੀਆਂ ਆ ਕੇ ਬੋਇਲ ਡਾਊਨ ਕਰਦੀਆਂ, ਜਿਹਦੇ ਕਰਕੇ ਹੀ ਅੱਜ ਪਾਰਟੀ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ ਕਿ ਬਹੁਤੇ ਜਿਹੜੇ ਮਸਲੇ ਨੇ ਉਹਨਾਂ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਕਿਸੇ ਦੀ ਰਾਏ ਨਹੀਂ ਲਈ ਜਾਂਦੀ। ਜੇ ਲਾਏ ਰਹੀ ਜਾਂਦੀ ਹੈ ਤਾਂ ਉਹਦੇ ਕੋਈ ਅਸਰ ਨਹੀਂ ਹੁੰਦਾ। ਅਸੀਂ ਤਾਂ ਚਲੋ ਪਹਿਲਾਂ ਜਿਹੜੀਆਂ ਸਾਰੀਆਂ ਚੱਲੀਆਂ ਨੇ ਠੀਕ ਹੈ, ਇਹ ਕਿਸਾਨ ਮੁੱਦਿਆਂ ਤੇ ਵੀ ਤੁਸੀਂ ਦੇਖ ਲਓ, ਕਿਸਾਨ ਮੁੱਦਿਆਂ ਤੇ ਕੋਰ ਕਮੇਟੀ ਦੇ ਵਿੱਚ ਫੈਸਲਾ ਹੋਇਆ ਕਿ ਜੀ ਅਸੀਂ ਇਹਨਾਂ ਦਾ ਵਿਰੋਧ ਕਰਨਾ ਹੈ, ਪਰ 3 ਦਿਨ ਬਾਅਦ ਹੀ ਕੋਰ ਕਮੇਟੀ ਦਾ ਜੋ ਫੈਸਲਾ ਸੀ ਉਹ ਬਦਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹਦਾ ਸਮਰਥਨ ਕਰਤਾ। ਫਿਰ ਕੋਰ ਕਮੇਟੀ ਦੇ ਫੈਸਲੇ ਦਾ ਕੀ ਮਾਇਨੇ ਹੋਏ? ਜੀ ਤੁਸੀਂ ਜੇ ਸਾਰਿਆਂ ਦੀ ਸਲਾਹ ਲਈ ਹੈ ਤਾਂ ਬਹੁਤ ਜਿਹੜੇ ਵੱਡੇ ਫੈਸਲੇ ਨੇ ਉਹਨਾਂ 'ਚ ਜਿਹੜੀ ਹੈ ਨਾ ਪ੍ਰੋਪਰ ਜਿਹੜੀ ਹੈ ਉਹ 'ਤੇ ਵਿਚਾਰ ਚਰਚਾ ਕਰਨਾ, ਨਾ ਸਲਾਹ ਲੈਣਾ, ਉਹਦੇ ਕਰਕੇ ਹੀ ਮੈਂ ਸਮਝਦਾ ਇਹ ਸਾਰੇ ਜਿਹੜੇ ਫੈਸਲੇ ਸੀ ਇਹ ਉਲਟ ਹੋਏ ਨੇ। ਅਕਾਲੀ ਦਲ ਨੂੰ ਬੜਾ ਨੁਕਸਾਨ ਹੋਇਆ ਜਿਹੜੇ ਫੈਸਲਿਆਂ ਦਾ, ਚਾਹੇ ਡੇਰਾ ਮੁਖੀ ਨੂੰ ਮਾਫੀ ਕਰਨ ਦੀ ਗੱਲ ਸੀ, ਚਾਹੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰਾਂ ਤੋਂ ਜੋ ਵੱਖ-ਵੱਖ ਫੈਸਲੇ ਕਰਾਉਣ ਦੀ ਗੱਲ ਸੀ, ਇਹ ਸਾਰੇ ਜਦ ਨਹੀਂ ਪ੍ਰੋਪਰਲੀ ਵਿਚਾਰ ਹੋਈ, ਇਹਨਾਂ ਦੀ ਨਜ਼ਰਸ਼ਾਨੀ ਹਾਈ ਲੈਵਲ ਜਿਹੜੀ ਹੈ ਲੀਡਰਸ਼ਿਪ ਤੇ ਨਹੀਂ ਵਿਚਾਰ ਹੋਇਆ, ਤੇ ਇਹਦੇ ਕਰਕੇ ਪਾਰਟੀ ਨੂੰ ਕਿੰਨਾ ਵੱਡਾ ਇਹਦਾ ਨੁਕਸਾਨ ਹੋਇਆ, ਖਮਿਆਜੇ ਭੁਗਤਣੇ ਪਏ। ਤੇ ਇਸੇ ਤਰ੍ਹਾਂ 370 ਧਾਰਾ ਤੋੜੀ ਬੀਜੇਪੀ ਨੇ, ਉਹ ਉੱਥੇ ਵੀ ਫੈਸਲਾ ਲੈਣ ਤੋਂ ਪਹਿਲਾਂ ਕੋਈ ਵਿਚਾਰ ਚ ਨਹੀਂ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੋਇਆ, ਕੇਂਦਰ ਨੇ ਪਾਸ ਕੀਤਾ, ਉੱਥੇ ਵੀ ਕੋਈ ਸੀਨੀਅਰ ਲੀਡਰਸ਼ਿਪ ਨਾਲ ਕੋਈ ਵਿਚਾਰ ਚਰਚਾ ਨਹੀਂ ਹੋਈ। ਸੋ ਇਹ ਸਾਰੇ ਜਿਹੜੇ ਫੈਸਲੇ ਨੇ ਇਹ ਅਸਲ ਮਾਨੇ ਤਾਂ ਅਕਾਲੀ ਦਲ ਦੇ ਸਿਧਾਂਤਾਂ ਦੇ ਬਿਲਕੁਲ ਤੋਂ ਉਲਟ ਸੀ ਜੀ, ਤੇ ਤਾਂ ਹੀ ਕਰਕੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੇ ਸਲਾਹ ਨਹੀਂ ਲੈਣੀ ਠੀਕ ਉਚਿਤ ਸਮਝੀ ਵੀ ਜੀ ਇਹ ਕੱਲ੍ਹ ਨੂੰ ਪਾਰਟੀ 'ਚ ਵਿਰੋਧ ਹੋਏਗਾ, ਆਪਾਂ ਫੈਸਲਾ ਕਰ ਲਓ। ਸੋ ਇਹਦੇ ਨਾਲ ਪਾਰਟੀ 'ਚ ਵਖਰੇਵੇਂ ਵਧੇ, ਫਰਕ ਵਧੇ, ਤੇ ਅੱਜ ਦੇਖ ਹੀ ਲਓ ਹੁਣ ਪਾਰਟੀ ਕਿੱਥੇ ਖੜੀ ਹੈ। ਸਿਆਸੀ ਗਲਿਆਰਿਆਂ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਦਲ ਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦਾ ਗਠਨ ਕੀਤਾ ਗਿਆ, ਔਰ ਸੁਖਦੇਵ ਸਿੰਘ ਢੀਂਡਸਾ ਦੀ ਚਰਚਾ ਵੀ ਕਾਫੀ ਗਰਮ ਹੋਈ ਕਿ ਭਾਜਪਾ ਦੇ ਬਹੁਤ ਕਰੀਬੀ ਦੇ ਨੇਤਾ ਮੰਨੇ ਜਾਂਦੇ ਨੇ, ਤੇ ਬਹੁਤ ਚਰਚਾਵਾਂ ਹੋਈਆਂ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਜਿਹੜੇ ਨੇ ਭਾਜਪਾ ਦੇ ਵਿੱਚ ਜਾਣਗੇ। ਕਿੰਨੀ ਕੁ ਸੱਚਾਈ ਸੀਗੀ ਇਹਦੇ 'ਚ? ਦੇਖੋ ਇਹਦੇ 'ਚ ਰੱਤਾ ਭਰ ਵੀ ਸੱਚਾਈ ਨਹੀਂ ਸੀ। ਭਾਜਪਾ ਦਾ ਤਾਂ ਸਮਝੌਤਾ ਜਦ ਢੀਂਡਸਾ ਸਾਹਿਬ ਨੇ ਪਾਰਟੀ ਛੱਡੀ, ਭਾਜਪਾ ਦਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਨਾਲ ਸੀ, ਤੇ ਕੋਈ ਅੱਜ ਦਾ ਨਹੀਂ ਸੀ, ਕਿੰਨੇ ਸਾਲਾਂ ਦਾ ਚੱਲ ਰਿਹਾ। ਉਹਨਾਂ ਦਾ ਜੋ ਫੈਸਲਾ ਲੈਣ ਦਾ ਕਾਰਨ ਇਹ ਜੋ ਪਾਰਟੀ ਦੇ ਇੰਟਰਨਲ ਜਿਹੜੀਆਂ ਮਤਭੇਦ ਸੀ ਉਹਨਾਂ ਕਰਕੇ ਉਹਨਾਂ ਨੇ ਪਾਰਟੀ ਛੱਡੀ। ਇਹਦੇ ਨਾਲ ਹੋਰ ਕਿਸੇ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ। ਤੇ ਨਾਲੇ ਜਿਹੜਾ ਹੈ ਸਾਡਾ ਕੋਈ ਦੱਸ ਦੇਣ ਵੀ ਜੀ ਭਾਜਪਾ ਨਾਲ ਇਹਨਾਂ ਨੇ ਕੋਈ ਮੀਟਿੰਗ ਕੀਤੀ ਹੋਵੇ ਜਾਂ ਭਾਜਪਾ ਦੇ ਕੋਈ ਹੁਣ ਤੱਕ ਹੱਕ 'ਚ ਕੋਈ ਬਿਆਨ ਦਿੱਤਾ ਹੋਵੇ, ਇਹ ਬਿੱਲਾਂ ਲਿਆਉਣ ਤੋਂ ਪਹਿਲਾਂ ਦੀ ਗੱਲ ਕਰਦਾ ਮੈਂ ਜੀ, ਉਸ ਤੋਂ ਪਹਿਲਾਂ ਵੀ ਕੋਈ ਬਿਆਨ ਦਿੱਤਾ ਹੋਵੇ ਠੀਕ ਹੈ, ਕਿਉਂਕਿ ਸੈਂਟਰ ਦੇ ਵਿੱਚ ਵਾਜਪਾਈ ਸਰਕਾਰ ਦੀ ਗਵਰਨਮੈਂਟ 'ਚ ਮਿਨਿਸਟਰ ਸੀਗੇ ਤੇ ਅਕਾਲੀ ਦਲ ਦੇ ਵਿੱਚ ਵੀ ਸੀਨੀਅਰ ਲੀਡਰਸ਼ਿਪ ਸੀਗੇ ਜੀ, ਤੇ ਭਾਜਪਾ ਦੇ ਨੇਤਾਵਾਂ ਨਾਲ ਸੰਬੰਧ ਸੁਭਾਵਿਕ ਹੈ ਵੀ ਰਾਬਤਾ ਸੀ ਹੈ ਉਹਨਾਂ ਦਾ, ਕਿਉਂਕਿ ਜਦ ਇੱਕੋ ਨੈਸ਼ਨਲ ਲੈਵਲ ਤੇ ਮਿਨਿਸਟਰੀ ਦੇ ਵਿੱਚ ਰਹੇ ਹੋਣ ਤਾਂ ਸਾਰੇ ਸੀਨੀਅਰ ਲੀਡਰਸ਼ਿਪ ਨਾਲ ਰਾਬਤਾ ਹੈ। ਪਰ ਇਸ ਤਰ੍ਹਾਂ ਦਾ ਭਾਜਪਾ ਦੇ ਕਹਿਣ ਤੇ ਜਾਂ ਭਾਜਪਾ ਨਾਲ ਜਾਣ ਦਾ ਕੋਈ ਨਹੀਂ। ਪਹਿਲਾਂ ਇਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਦ ਢੀਂਡਸਾ ਸਾਹਿਬ ਨੇ ਛੱਡਿਆ
ਉਦੋਂ ਬਿਆਨ ਦਿੱਤੇ ਜੀ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਤੇ ਕਰ ਰਹੇ ਨੇ। ਦੇਖੋ ਕਿਸੇ ਫੰਕਸ਼ਨ ਤੇ ਉੱਥੇ ਢੀਂਡਸਾ ਸਾਹਿਬ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਸਪੋਰਟਸ ਦੇ ਫੰਕਸ਼ਨ ਤੇ ਫੋਟੋ ਲੱਗੀ ਸੀ ਜੀ, ਕਿਉਂਕਿ ਉਹ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੀ। ਢੀਂਡਸਾ ਸਾਹਿਬ ਦਾ ਜਾਣਾ ਸੀ ਉੱਥੇ ਉਹਨਾਂ ਨੇ ਲਾਤਾ ਜੀ ਦੇਖੋ ਜੀ ਇਹ ਤਾਂ ਰਲੇ ਹੋਏ ਨੇ ਕਾਂਗਰਸ ਦੇ ਨਾਲ। ਤੇ ਹੁਣ ਜਦ ਆਪਦਾ ਬੀਜੇਪੀ ਨਾਲ ਰਿਸ਼ਤਾ ਟੁੱਟ ਗਿਆ, ਹੁਣ ਕਹਿੰਦੇ ਜੀ ਦੇਖੋ ਬੀਜੇਪੀ ਨਾਲ ਰਲੇ ਹੋਏ ਨੇ। ਸੋ ਇਹ ਆਪ ਹੀ ਦੱਸ ਦੇਣ ਵੀ ਇਹਨਾਂ ਦੇ ਆਪਦੇ ਬਿਆਨਾਂ 'ਚ ਹੀ ਇੱਕ ਰਾਏ ਨਹੀਂ ਹੈਗੀ। ਸੋ ਕੋਈ ਮਤਲਬ ਨਹੀਂ ਸਾਡਾ। ਸਾਸਾ ਇਹ ਨਿਸ਼ਾਨਾ ਲੈ ਕੇ ਚੱਲੇ ਹਾਂ ਵੀ ਅਸੀਂ ਅਕਾਲੀ ਦਲ ਦੀ ਵਿਚਾਰਧਾਰਾ, ਅਕਾਲੀ ਦਲ ਦੇ ਸਿਧਾਂਤ ਉਹਨਾਂ 'ਤੇ ਪੂਰਾ ਠੋਕ ਕੇ ਦ੍ਰਿੜਤਾ ਨਾਲ ਅਸੀਂ ਪਹਿਰਾ ਦੇਵਾਂਗੇ। ਤੇ ਨਾ ਹੀ ਕੋਈ ਸੱਤਾ ਦੀ ਪ੍ਰਾਪਤੀ ਜਾਂ ਲਾਲਸਾ ਤੇ ਨਾ ਹੀ ਕੋਈ ਹੋਰ ਚੀਜ਼ਾਂ ਸਾਡੇ ਲਈ ਐਡੀ ਅਹਿਮੀਅਤ ਰੱਖਦੀਆਂ। ਅਸੀਂ ਜਿਹੜਾ ਹੈ ਵਾਕਈ ਪੂਰੀ ਜਿਹੜਾ ਹੈ ਪਾਰਟੀ ਦੇ ਸਿਧਾਂਤਾਂ ਤੇ ਸੋਚ ਤੇ ਪਹਿਰਾ ਦੇਣ ਲਈ ਅਸੀਂ ਜੋ ਵੀ ਕੁਝ ਕਰ ਸਕਦੇ ਹਾਂ ਉਹ ਕਰਾਂਗੇ। 2022 ਦੀ ਆਪਾਂ ਢੀਂਡਸਾ ਸਾਹਿਬ ਗੱਲ ਕਰੀਏ ਤਾਂ ਸਿਆਸੀ ਗਲਿਆਰਿਆਂ ਦੇ ਵਿੱਚ ਗਰਮਾਹਟ ਜਿਹੜੀ ਹੈ ਤੇਜ਼ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਦਾ ਕੀ ਸਟੈਂਡ ਹੈ? ਔਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੱਖ-ਵੱਖ ਧੜੇਬੰਦੀਆਂ ਹੋਈਆਂ ਨੇ ਸਿਆਸੀ ਧਿਰਾਂ ਦੇ ਵੱਲੋਂ ਵੀ, ਕਿਸ ਪਾਰਟੀ ਨਾਲ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜੀ ਹੈ ਉਹ ਗੱਠਜੋੜ ਕਰ ਸਕਦੀ ਹੈ 2022 ਦੀਆਂ ਵਿਧਾਨ ਸਭਾ ਦੇ ਲਈ? ਦੇਖੋ ਅਮਨ ਜੀ, ਅੱਜ ਹੀ ਕਹਿਣਾ ਮੁਸ਼ਕਿਲ ਹੋਏਗਾ ਵੀ ਕੀ ਸਿਆਸੀ ਘਟਨਾਕ੍ਰਮ ਬਣਦਾ, ਪਰ ਇੱਕ ਗੱਲ ਬੜੀ ਸਪਸ਼ਟ ਹੈ ਵੀ ਅਸੀਂ ਕਾਂਗਰਸ, ਬਾਦਲ ਦਲ ਅਤੇ ਬੀਜੇਪੀ ਜੀ, ਇਹ ਤਿੰਨਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੈ, ਨਾ ਹੀ ਅਸੀਂ ਇਹਨਾਂ ਦੇ ਨਾਲ ਰਲ ਕੇ ਚੋਣ ਲੜੀਏ। ਬਾਕੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਬੈਠ ਕੇ ਜਿਨ੍ਹਾਂ ਨਾਲ ਵੀ ਸਾਡੇ ਇੱਕ ਰਾਏ ਬਣਦੀ ਹੈ। ਪੰਜਾਬ ਦੇ ਵਿੱਚ ਬਹੁਤ ਧਿਰਾਂ ਨੇ, ਬੜੇ ਜਿਹੜੇ ਹੈ ਨੇ ਪਾਰਟੀਆਂ ਨੇ, ਆਗੂ ਨੇ। ਸੋ ਸਾਡੀ ਤਾਂ ਹੋਏਗੀ ਵੀ ਸਾਰਿਆਂ ਨੂੰ ਇਕੱਠੇ ਕਰਕੇ ਜਿੰਨਾ ਵੀ ਵੱਧ ਤੋਂ ਵੱਧ ਵੱਡਾ ਫਰੰਟ ਬਣ ਸਕਦਾ ਬਣਾਇਆ ਜਾਵੇ। ਬਾਕੀ ਸਮਾਂ ਦੱਸੇਗਾ ਤੇ ਪਾਰਟੀ ਦੀ ਲੀਡਰਸ਼ਿਪ ਫੈਸਲਾ ਕਰੂਗੀ। ਤੇ ਜੋ ਵੀ ਅਸੀਂ ਕਰਾਂਗੇ ਪੰਜਾਬ ਦੇ ਹਿੱਤਾਂ ਨੂੰ, ਪੰਜਾਬ ਦੇ ਭਲੇ ਨੂੰ ਮੁੱਖ ਰੱਖ ਕੇ ਅਸੀਂ ਕਰਾਂਗੇ। ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਨਹੀਂ ਕੀਤਾ, ਕਿਤੇ ਨਾ ਕਿਤੇ ਲੱਗਦਾ ਕਿ ਇਨ ਫਿਊਚਰ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਵੀ ਗੱਠਜੋੜ ਹੋ ਸਕਦਾ? ਹਾਂ, ਓਪਨ ਹੈ। ਜੇ ਸਾਰੀ ਪਾਰਟੀ ਨੇ ਠੀਕ ਸਮਝਿਆ ਰਾਏ ਕਰਕੇ ਸਾਰਿਆਂ ਨਾਲ, ਜੇ ਪੰਜਾਬ ਲਈ ਅਸੀਂ ਇਹਦੇ ਨਾਲ ਕੋਈ ਫਾਇਦਾ ਪੰਜਾਬ ਦਾ ਹੁੰਦਾ ਤਾਂ ਪੰਜਾਬ ਦਾ ਭਲਾ ਹੁੰਦਾ ਤਾਂ ਕੋਈ ਨਹੀਂ, ਕਿਉਂ ਨਹੀਂ। ਵੀ ਆਰ ਓਪਨ ਟੂ ਆਲ। ਚਾਹੇ ਬਹੁਜਨ ਸਮਾਜ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਬੈਂਸ ਭਰਾ ਨੇ, ਚਾਹੇ ਸੁਖਪਾਲ ਸਿੰਘ ਖਹਿਰਾ ਨੇ, ਜਾਂ ਹੋਰ ਵੀ ਪਾਰਟੀਆਂ ਨੇ, ਟਕਸਾਲੀ ਅਕਾਲੀ ਦਲ ਹੈ, ਸਾਰਿਆਂ ਨੂੰ ਅਸੀਂ ਤਾਂ ਵੀ ਆਰ ਵੈਰੀ ਓਪਨ। ਪਰ ਅਸੀਂ ਚਾਹੁੰਦੇ ਹਾਂ ਵੀ ਇੱਕ ਕ੍ਰੈਡੀਬਲ ਆਲਟਰਨੇਟਿਵ, ਕ੍ਰੈਡੀਬਲ ਫਰੰਟ ਜਿਹੜਾ ਹੈ ਆਪਦੇ ਮਤਭੇਦ ਭੁਲਾ ਕੇ ਜੇ ਬਣਦਾ ਤਾਂ ਉਹਦੇ ਨਾਲ ਪੰਜਾਬ ਦਾ ਹੀ ਭਲਾ ਹੋਏਗਾ ਜੀ। ਔਰ ਕਿਸਾਨ ਜਥੇਬੰਦੀ ਦੀ ਆਪਾਂ ਗੱਲ ਕਰਦੇ ਪਏ ਹਾਂ ਕਿਉਂਕਿ ਗੱਲ ਕਰਨੀ ਵੀ ਬੜੀ ਜ਼ਰੂਰੀ ਹੈ। ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਿਹਾ ਹੈ ਔਰ ਕੱਲ੍ਹ ਦੀ ਜਿਹੜੀ ਮੀਟਿੰਗ ਹੋਵੇਗੀ, ਮੀਟਿੰਗ ਤੋਂ ਬਾਅਦ ਜਿਹੜਾ ਏਜੰਡਾ ਜਿਹੜਾ ਤੈਅ ਕਰ ਲਿਆ ਗਿਆ ਹੈ ਕਿ ਦਿੱਲੀ ਨੂੰ ਕੂਚ ਕਰਨਗੇ ਕਿਸਾਨ ਜਥੇਬੰਦੀਆਂ ਟਰੈਕਟਰ ਟਰਾਲੀਆਂ ਦੇ ਨਾਲ। ਕੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਉਹਨਾਂ ਦਾ ਸਾਥ ਦੇਵੇਗੀ? ਬਿਲਕੁਲ। ਮੈਂ ਤਾਂ ਸਾਡਾ ਬੜਾ ਕਲੀਅਰ ਸ਼ੁਰੂ ਤੋਂ ਹੈ। ਸਾਡੇ ਜੋ ਵੀ ਕਿਸਾਨਾਂ ਦੇ ਧਰਨੇ ਸੀ, ਮੁਜ਼ਾਹਰੇ ਸੀ, ਉਹਨਾਂ ਸਾਡੇ ਸਾਰੇ ਜਿਹੜੇ ਆਗੂ ਨੇ, ਪਿੰਡਾਂ ਦੇ ਵਿੱਚ ਵਰਕਰ ਲੀਡਰ ਬੈਠੇ ਨੇ, ਸਾਰਿਆਂ ਨੂੰ ਕਲੀਅਰ ਕੱਟ ਸੀ ਵੀ ਤੁਸੀਂ ਉਹਦੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿਓ। ਤੇ ਹੁਣ ਵੀ ਇਸ 'ਚ ਵੀ ਅਸੀਂ ਸਹਿਯੋਗ ਦੇਵਾਂਗੇ। ਤੇ ਮੈਂ ਤਾਂ ਉਸ ਦਿਨ ਬੋਲਦੇ ਹੋਏ ਧਰਨੇ 'ਤੇ ਵੀ ਗੱਲ ਕੀਤੀ ਸੀ ਜਿੱਥੇ ਸਾਰੇ MLA ਸੀ ਵੀ ਆਪਾਂ ਨੂੰ 26 ਤੇ 27 ਤਰੀਕ ਦੇ ਧਰਨੇ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਆਪਦੀਆਂ ਈਗੋਜ਼ ਪਿੱਛੇ ਛੱਡ ਕੇ ਕਿਸਾਨਾਂ ਦੇ ਨਾਲ ਬੈਠਣਾ ਚਾਹੀਦਾ ਹੈ। ਸਾਨੂੰ ਹਰ ਜਗ੍ਹਾ ਤੇ ਜ਼ਰੂਰੀ ਨਹੀਂ ਵੀ ਅਸੀਂ ਅਗਵਾਈ ਕਰੀਏ, ਕਿਤੇ ਸਾਨੂੰ ਪਿੱਛੇ ਹੀ ਲੱਗ ਕੇ ਚੱਲਣਾ ਵੀ ਸਿੱਖਣਾ ਚਾਹੀਦਾ। ਅਸੀਂ ਉਹਨਾਂ ਦੇ ਮਗਰ ਲੱਗ ਕੇ ਚੱਲੀਏ ਉੱਥੇ, ਕਿਉਂਕਿ ਇਹ ਕੋਈ ਕਿਸਾਨਾਂ ਦਾ ਨਹੀਂ ਹੈ, ਪੰਜਾਬ ਦਾ ਮਸਲਾ ਹੈ। ਇਹ ਸਾਰੀ ਕਿਸਾਨੀ ਦਾ ਮਸਲਾ ਹੈ ਤੇ ਉਹਦੇ ਵਾਸਤੇ ਸਾਨੂੰ ਆਪਦੀਆਂ ਜੇ ਹਉਮੈ ਛੱਡਣੀ ਚਾਹੀਦੀ ਹੈ ਸਾਰਿਆਂ ਨੂੰ, ਤੇ ਸਭ ਨੂੰ ਹੀ ਇਸ ਧਰਨੇ ਵਿੱਚ ਪੂਰਾ ਸਹਿਯੋਗ ਦੇਣਾ ਚਾਹੀਦਾ। ਤੇ ਬਾਕੀ ਸਰਕਾਰ ਇਹ ਤਾਂ ਯਤਨ ਕਰੇਗੀ ਵੀ ਅਸੀਂ ਇਹਨੂੰ ਸਫਲ ਨਾ ਹੋਣ ਦਈਏ ਜਾਂ ਇਹਨੂੰ ਜਿਹੜਾ ਹੈ ਦਿੱਲੀ ਤੱਕ ਨਾ ਪਹੁੰਚਣ ਦਈਏ। ਪਰ ਪੰਜਾਬ ਦੇ ਕਿਸਾਨ ਦੀ ਜੋ ਦ੍ਰਿੜਤਾ ਹੈ, ਮੈਂ ਇਹ 'ਚ ਪੂਰਾ ਵਿਸ਼ਵਾਸ ਰੱਖਦਾ ਵੀ ਲੋਕ ਉੱਥੇ ਹਰ ਵਸੀਲੇ ਪਹੁੰਚਣਗੇ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਕਿਉਂਕਿ ਲਗਾਤਾਰ 4 ਸਾਲ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਰਹੇ ਨੇ। ਲੱਗਦਾ ਹੈ ਕਿ ਤੁਹਾਨੂੰ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਵਿੱਚ ਜੇਕਰ ਆ ਜਾਂਦੇ ਨੇ ਤਾਂ ਪੰਜਾਬ ਨੂੰ ਨਵੇਂ ਦਿਸ਼ਾ ਦੇ ਵੱਲ ਲੈ ਕੇ ਜਾਣ ਦੇ ਵਿੱਚ ਸਹਾਈ ਹੋਣਗੇ? ਦੇਖੋ, ਜੇ ਉਹ ਕਾਂਗਰਸ ਛੱਡਦੇ ਨੇ ਤਾਂ ਪੰਜਾਬ ਵਾਸਤੇ ਇੱਕ ਵਧੀਆ ਸੰਕੇਤ ਹੋਏਗਾ ਜੀ। ਤੇ ਪਰ ਹਜੇ ਤਾਂ ਕਾਂਗਰਸ 'ਚ ਨੇ, ਸੋ ਤਾਂ ਹੀ ਮੈਂ ਗੱਲ ਕਰਦੇ ਹੋ ਉਹਨਾਂ ਦਾ ਨਾਂ ਇਸ ਕਰਕੇ ਨਹੀਂ ਲਿਆ ਵੀ ਅੱਜ ਉਹ ਕਾਂਗਰਸ ਦਾ ਹਿੱਸਾ ਨੇ। ਕੋਈ ਮੈਂ ਇਹ ਗੱਲ ਕਹਾਂ ਵੀ
ਉਹ ਜਿਹੜਾ ਫਰੰਟ ਦਾ ਹਿੱਸਾ ਬਣਨਗੇ। ਪਰ ਹੁਣ ਦੇ ਪਿਛਲੇ ਕੁਝ ਦਿਨਾਂ ਦਾ ਜੋ ਕੁਝ ਘਟਨਾਕ੍ਰਮ ਹੈ ਉਸ ਤੋਂ ਤਾਂ ਇਹ ਜਾਪਦਾ ਵੀ ਉਹ ਵਾਪਸ ਜਿਹੜਾ ਉਹਨਾਂ ਦਾ ਕਾਂਗਰਸ ਲੀਡਰਸ਼ਿਪ ਨਾਲ ਸਮਝੌਤਾ ਹੋ ਗਿਆ ਅਤੇ ਵਾਪਸ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ, ਪਾਰਟੀ ਦੇ ਪ੍ਰੋਗਰਾਮਾਂ ਵਿੱਚ ਉਹ ਹਿੱਸਾ ਲੈਣਗੇ। ਅਤੇ ਸੋ ਇਸੇ ਲਈ ਇਹ ਤਾਂ ਸਿੱਧੂ ਸਾਹਿਬ ਕਿਉਂ ਚੁੱਪ ਰਹੇ, ਕਿਉਂ ਰਹੇ, ਮੇਰਾ ਕਹਿਣ ਦਾ ਵਿਸ਼ਾ ਨਹੀਂ। ਮੈਂ ਸਮਝਦਾ ਉਹ ਆਪ ਦੱਸ ਸਕਦੇ ਨੇ। ਬਿਲਕੁਲ ਉਹ ਬੈਟਰ ਜੱਜ ਨੇ ਅਤੇ ਆਪਦਾ ਸਿਆਸੀ ਭਵਿੱਖ, ਆਪਦਾ ਜਿਹੜਾ ਹੈ ਪੋਲੀਟੀਕਲ ਜੋ ਇੱਕ ਜਿਹੜਾ ਦਿਸ਼ਾ ਹੈ ਉਹਨਾਂ ਨੇ ਖੁਦ ਤੈਅ ਕਰਨੀ ਹੈ। ਸੋ ਉਹਦੇ ਬਾਰੇ ਮੈਂ ਨਹੀਂ ਕੁਝ ਕਹਾਂਗਾ। ਹਾਂ, ਐਜ਼ ਇੰਡੀਵਿਜੂਅਲ ਉਹ ਇੱਕ ਚੰਗੇ ਇਨਸਾਨ ਨੇ, ਚੰਗੇ ਲੀਡਰ ਨੇ, ਲੋਕ ਉਹਨਾਂ 'ਤੇ ਉਹਨਾਂ ਨੂੰ ਲਾਈਕ ਕਰਦੇ ਨੇ, ਉਹਨਾਂ 'ਤੇ ਵਿਸ਼ਵਾਸ ਕਰਦੇ ਨੇ। ਇਹ ਗੱਲ ਤਾਂ ਕਹਿਣੀ ਹੀ ਪਏਗੀ। 2022 ਦੇ ਲਈ ਭਾਜਪਾ ਦੇ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਵੱਖ-ਵੱਖ ਜਗ੍ਹਾਵਾਂ 'ਤੇ ਜਿਹੜੇ ਨੇ ਉਹ ਆਪਣੇ ਜ਼ਮੀਨੀ ਜਿਹੜੇ ਆਪਾਂ ਜ਼ਿਲ੍ਹਾ ਇੰਚਾਰਜ ਤੋਂ ਲੈ ਕੇ ਉਸ ਤੋਂ ਬਾਅਦ ਸੂਬਾ ਇੰਚਾਰਜ ਵੀ ਹੁਣ ਤਾਂ ਨਵੇਂ ਲਗਾ ਦਿੱਤੇ ਗਏ ਨੇ ਔਰ ਕਿਹਾ ਜਾ ਰਿਹਾ ਕਿ 117 ਸੀਟਾਂ 'ਤੇ ਜਿਹੜੀ ਹੈ ਭਾਜਪਾ ਚੋਣ ਲੜੇਗੀ। ਕੀ ਦੇਖਦੇ ਹੋ ਸਿਆਸੀ ਭਵਿੱਖ 2022 ਦੇ ਲਈ? ਦੇਖੋ, ਜੋ ਕੁਛ ਪਿਛਲੇ ਕੁਝ ਦਿਨਾਂ 'ਚ ਅਖਬਾਰਾਂ 'ਚ ਪੜ੍ਹਨ ਨੂੰ ਮਿਲਿਆ ਉਸ ਤਾਂ ਇਹ ਜਾਪਦਾ ਵੀ ਪੰਜਾਬ ਦੀ ਭਾਈਚਾਰੇ ਨੂੰ ਪਾੜਨ ਲਈ ਬੀਜੇਪੀ ਪਲਾਨ ਬਣਾ ਰਹੀ ਹੈ। ਵੀ ਜਿਸ ਤਰੀਕੇ ਨਾਲ ਕਿਸਾਨੀ ਨੂੰ ਅੱਡ ਕਰਕੇ ਦਲਿਤ ਨੂੰ ਅਤੇ ਜੋ ਸਾਡੇ ਸ਼ਹਿਰਾਂ ਦੇ ਵਿੱਚ ਜਾਂ ਹੋਰ ਪਿੰਡਾਂ 'ਚ ਬੈਠੇ ਹਿੰਦੂ ਭਰਾ ਨੇ ਜੀ, ਉਹਨਾਂ ਦਾ ਇੱਕ ਅੱਡ ਇੱਕ ਜਿਹੜਾ ਹੈ ਉਹਨਾਂ ਨੂੰ ਕੇਂਦਰਿਤ ਕਰਕੇ ਆਪਦੀ ਸਿਆਸਤ ਜਿਵੇਂ ਕਰਨ ਦਾ ਸੋਚ ਰਹੇ ਨੇ, ਇਹ ਚੰਗੀ ਨਹੀਂ ਹੈ। ਅਤੇ ਜਿਹੜੀ ਹੈ ਹਰ ਪਾਰਟੀ ਨੂੰ ਇਨਕਲੂਸਿਵ ਪੋਲੀਟਿਕਸ ਕਰਨੀ ਚਾਹੀਦੀ ਹੈ। ਸਾਰੇ ਵਰਗ, ਸਾਰੇ ਧਰਮ, ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਮੁੱਖ ਰੱਖ ਕੇ ਸਿਆਸਤ ਕਰਨੀ ਚਾਹੀਦੀ ਹੈ। ਕਿਸੇ ਨੂੰ ਵੀ ਤੁਸੀਂ ਜੇ ਬਾਹਰ ਕਰਕੇ ਆਪਦੀਆਂ ਨੀਤੀਆਂ ਬਣਾਓਗੇ ਤਾਂ ਉਹ ਲੰਬਾ ਸਮਾਂ ਨਹੀਂ ਚੱਲਦੀਆਂ। ਉਹ ਸੂਬੇ ਵਾਸਤੇ, ਇਲਾਕੇ ਵਾਸਤੇ, ਸਮਾਜ ਵਾਸਤੇ ਬੜੀਆਂ ਘਾਤਕ ਹੁੰਦੀਆਂ ਨੇ। ਸੋ ਜੇ ਉਹਨਾਂ ਦੀ ਇਹ ਸਟ੍ਰੈਟਜੀ ਹੈ ਜਿਸ ਤਰ੍ਹਾਂ ਦੀ ਅਖਬਾਰਾਂ 'ਚ ਸਾਨੂੰ ਲਿਖ ਰਹੀ ਹੈ ਤਾਂ ਬੜੀ ਮਾੜੀ ਹੈ। ਅਤੇ ਬਾਕੀ ਉਹ ਖੁਦ ਇੱਕ ਪੋਲੀਟੀਕਲ ਪਾਰਟੀ ਨੇ ਜੋ ਕਰਦੇ ਨੇ ਉਹ ਆਪਦੀ ਉਹਨਾਂ ਦੀ ਮਰਜ਼ੀ ਹੈ। ਜਦੋਂ ਕਿਸਾਨ ਸੰਘਰਸ਼ ਕਰ ਰਿਹਾ, ਲਗਾਤਾਰ ਕੰਮਾਂ ਕਾਰਾਂ ਦੇ ਦਿਨ ਨੇ, ਕੰਮਕਾਰ ਛੱਡ ਕੇ ਵੀ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ ਔਰ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਕਿਤੇ ਨਾ ਕਿਤੇ ਗੰਦੀ ਰਾਜਨੀਤੀ ਵੀ ਕੀਤੀ ਗਈ ਹੈ ਇਸ ਅੰਦੋਲਨ ਦੇ ਵਿੱਚ। ਕੀ ਅਪੀਲ ਕਰਨੀ ਜਾਓਗੇ ਰਾਜਸੀ, ਕਿਉਂਕਿ ਤੁਸੀਂ ਖੁਦ ਇੱਕ ਸੱਤਾਧਾਰੀ ਲੀਡਰ ਹੋ, ਤੁਹਾਡਾ ਵਜੂਦ ਹੈ, ਲੋਕ ਤੁਹਾਨੂੰ ਪਸੰਦ ਕਰਦੇ ਨੇ, ਤੁਹਾਨੂੰ ਬੋਲਣਾ ਜਿਹੜਾ ਹੈ ਤੁਹਾਨੂੰ ਸੁਣਦੇ ਨੇ ਲੋਕ। ਕੀ ਅਪੀਲ ਕਰਨੀ ਚਾਹੋਗੇ ਕਿ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਕਿਸ ਤਰ੍ਹਾਂ ਸਾਥ ਦੇਣਾ ਚਾਹੀਦਾ ਸਿਆਸੀ ਪਾਰਟੀਆਂ ਨੂੰ? ਦੇਖੋ, ਮੈਂ ਤਾਂ ਇਹ ਮੰਨਦਾ ਵੀ ਆਪਦਾ ਅੱਡ ਕਿਸੇ ਨੂੰ ਪ੍ਰੋਗਰਾਮ ਨਾ ਉਲੀਕ ਕੇ ਸਾਨੂੰ ਕਿਸਾਨਾਂ ਦੇ ਮਗਰ ਲੱਗਣਾ ਚਾਹੀਦਾ। ਅੱਜ ਬੜੀ ਵੱਡੀ ਗੱਲ ਹੈ, ਵਧੀਆ ਗੱਲ ਹੈ ਵੀ ਕਿਸਾਨ ਜਥੇਬੰਦੀਆਂ ਸਾਰੀਆਂ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋ ਗਈਆਂ, ਜਿਹੜੀਆਂ ਪਹਿਲਾਂ ਕਦੇ ਵੀ ਨਹੀਂ ਸੀ ਹੋਈਆਂ ਜੀ। ਉਹ ਜੋ ਵੀ ਫੈਸਲੇ ਕਰ ਰਹੀਆਂ ਇਕੱਠੇ ਹੋ ਕੇ ਕਰ ਰਹੀਆਂ ਅਤੇ ਇਹ ਕਿਸਾਨਾਂ ਦੀ ਲੜਾਈ ਹੈ। ਅਤੇ ਸਾਨੂੰ ਇਸ ਲੜਾਈ ਦੇ ਵਿੱਚ ਵੱਖਰੀ ਸੁਰ ਅਪਣਾਉਣ ਦੀ ਬਜਾਏ, ਹਾਂ ਜੋ ਕੁਝ ਅਸੀਂ ਕਰ ਸਕਦੇ ਹਾਂ, ਜਿਹੜਾ ਉਹ ਨਹੀਂ ਕਰ ਸਕਦੇ, ਜਿਵੇਂ ਕੋਈ ਕਾਨੂੰਨ ਬਣਾਉਣੇ ਨੇ, ਕੋਈ ਜਿਹੜਾ ਹੈ ਜਿਹੜਾ ਸਾਡੇ ਕੋਈ ਐਡਮਿਨਿਸਟ੍ਰੇਟਿਵ ਕੰਮ ਜਿਹੜੀ ਸਿਰਫ ਸਰਕਾਰ ਕਰ ਸਕਦੀ ਹੈ, ਪੰਜਾਬ ਸਰਕਾਰ ਕਰ ਸਕਦੀ ਹੈ, ਉਹ ਚੀਜ਼ਾਂ ਨੂੰ ਛੱਡ ਕੇ ਅੰਦੋਲਨ ਦੇ ਤੌਰ 'ਤੇ ਮੈਂ ਸਮਝਦਾ ਜੇ ਅਸੀਂ ਕਿਸਾਨ ਜਥੇਬੰਦੀਆਂ ਦੇ ਮਗਰ ਲੱਗਾਂਗੇ ਤਾਂ ਸ਼ਾਇਦ ਅਸੀਂ ਜਲਦੀ ਜਿੱਤ ਪ੍ਰਾਪਤ ਕਰ ਸਕਦੇ ਹਾਂ, ਜਲਦੀ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਇਹ ਇਕੱਲੀ ਹੁਣ ਲੜਾਈ ਅਸੀਂ ਪੰਜਾਬ ਦੇ ਸਿਰ 'ਤੇ ਨਹੀਂ ਜਿੱਤ ਸਕਦੇ, ਮੇਰਾ ਮੰਨਣਾ ਇਹ ਹੈ ਜੀ। ਇਹਨੂੰ ਜੇ ਅਸੀਂ ਨੈਸ਼ਨਲ ਲੈਵਲ 'ਤੇ ਜਾਗਰੂਕਤਾ ਪੈਦਾ ਕਰਾਂਗੇ, ਬਾਕੀ ਸੂਬਿਆਂ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਨੇ ਜਾਂ ਹੋਰ ਕਿਸਾਨ ਨੇ ਉਹਨਾਂ ਨੂੰ ਜਿਹੜਾ ਇਸ ਸਾਰੀਆਂ ਚੀਜ਼ ਦੇ ਬਾਰੇ, ਇਸ ਘਟਨਾਕ੍ਰਮ ਬਾਰੇ, ਇਹਦੀ ਜੋ ਕੇਂਦਰ ਸਰਕਾਰ ਦੀ ਸੋਚ ਬਾਰੇ ਜਾਂ ਜੋ ਇਹ ਜਿਸ ਨੂੰ ਮੁੱਖ ਰੱਖ ਕੇ ਉਹਨਾਂ ਨੇ ਇਹ ਬਿੱਲ ਲੈ ਕੇ ਆਏ ਨੇ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਕੇ ਉਹਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ, ਉਹਨਾਂ ਨੂੰ ਆਪਦੇ ਨਾਲ ਜੋੜਨਾ ਚਾਹੀਦਾ, ਤਾਂ ਕਿ ਜੇ ਨੈਸ਼ਨਲ ਲੈਵਲ 'ਤੇ ਮੂਵਮੈਂਟ ਬਣੇਗੀ ਤਾਂ ਉਹਨਾਂ 'ਤੇ ਪ੍ਰੈਸ਼ਰ ਪਏਗਾ ਜੀ। ਨਹੀਂ ਇਕੱਲਾ ਪੰਜਾਬ ਤੱਕ ਸੀਮਿਤ ਹੋ ਕੇ ਤਾਂ ਸਾਨੂੰ ਉਲਟਾ ਮੈਂ ਦੇਖ ਰਿਹਾ ਸਾਨੂੰ ਫਾਇਦਾ ਕੋਈ ਨਹੀਂ ਹੋ ਰਿਹਾ, ਉਲਟਾ ਨੁਕਸਾਨ ਜ਼ਰੂਰ ਹੋ ਰਿਹਾ। ਕਿਉਂਕਿ ਅਸੀਂ ਪੰਜਾਬ 'ਚ ਹੀ ਧਰਨੇ ਨੇ, ਸਾਡੇ ਪੰਜਾਬ 'ਚ ਹੀ ਟ੍ਰੇਨਾਂ ਬੰਦ ਨੇ, ਸਾਡੀ ਇਕਨੋਮਿਕ ਐਕਟੀਵਿਟੀ ਸਫਰ ਕਰ ਰਹੀ ਹੈ, ਸਾਡੀ ਆਰਥਿਕਤਾ ਸਫਰ ਕਰ ਰਹੀ ਹੈ। ਕਿਸਾਨਾਂ ਲਈ ਵੀ ਹੁਣ ਜਿਵੇਂ ਰੇਹ ਨਹੀਂ ਆ ਰਹੇ, ਉਹਨਾਂ ਲਈ ਵੀ ਵੱਡੀ ਸਮੱਸਿਆ ਖੜੀ ਹੋਏਗੀ। ਬਿਜਲੀ ਬੰਦ ਹੋਊਗੀ ਤਾਂ ਪੰਜਾਬ ਦੀ ਹੋਊਗੀ, ਕਾਰਖਾਨੇ ਬੰਦ ਹੋਣਗੇ ਤਾਂ ਪੰਜਾਬ ਦੇ ਹੋਣਗੇ। ਸੋ ਇਸ ਲਈ ਸਾਨੂੰ ਜਦ ਤੱਕ ਇਹ ਇੱਕ ਨੈਸ਼ਨਲ ਮੂਵਮੈਂਟ ਨਹੀਂ ਬਣਦੀ ਉਦੋਂ ਚਿਰ ਜਿਹੜਾ ਹੈ ਇਸ ਤਰ੍ਹਾਂ ਦੀ ਜਿਹੀ ਅਸੀਂ ਸੋਚਦੇ ਹਾਂ ਵੀ ਸਫਲਤਾ ਪ੍ਰਾਪਤ ਕਰੀਏ, ਉਹੀ ਜੀ ਨਹੀਂ ਹੋਈ। ਕਿਉਂਕਿ ਉਹਨਾਂ ਦਾ ਬੀਜੇਪੀ ਦਾ ਬੜਾ ਐਡਮੈਂਟ ਇੱਕ ਰਵੱਈਆ ਹੈ, ਉਹ ਬੜਾ ਅੜਬ ਜਿਹੜੇ ਨੇ ਰਵੱਈਏ ਨਾਲ ਹੁਣ ਤੱਕ ਚੱਲ ਰਹੇ ਨੇ। ਅਤੇ ਉਹਨਾਂ ਵਾਸਤੇ ਸਾਨੂੰ ਇੱਕ
ਮੂਵਮੈਂਟ ਨੂੰ ਹੋਰ ਫੈਲਾਅ ਜਿਹੜਾ ਪੈਦਾ ਕਰਨਾ ਚਾਹੀਦਾ ਤੇ ਸਾਰੀਆਂ ਸਿਆਸੀ ਧਿਰਾਂ ਨੂੰ ਆਪਦਾ ਜਿੰਨਾ ਕੁ ਵੀ ਉਹ ਰੋਲ ਅਦਾ ਕਰ ਸਕਦੇ ਨੇ ਉਹਨਾਂ ਨੂੰ ਇਸ ਮੁਹਿੰਮ ਦੇ ਵਿੱਚ ਕਿਸਾਨਾਂ ਦੇ ਨਾਲ ਹੀ ਆਪਦੀ ਜਿਹੜਾ ਰੋਲ ਅਦਾ ਕਰਨਾ ਚਾਹੀਦਾ। ਜੀ ਢੀਂਡਸਾ ਸਾਹਿਬ ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ। ਧੰਨਵਾਦ ਅਮਨ ਜੀ। ਜੀ ਦਰਸ਼ਕੋ, ਬਿਲਕੁਲ ਇਹਨਾਂ ਨੇ ਵੀ ਅਪੀਲ ਕੀਤੀ ਹੈ ਕਿ 2022 ਤਾਂ ਹਜੇ ਦੂਰ ਹੈ, ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹ ਵੀ ਉਸ ਤੋਂ ਬਾਅਦ ਹੋਣੀਆਂ ਨੇ, ਪਰ ਸਭ ਤੋਂ ਪਹਿਲਾਂ ਜਿਹੜਾ ਇਸ ਵੇਲੇ ਜ਼ਰੂਰੀ ਹੈ ਕਿਸਾਨਾਂ ਦਾ ਅੰਦੋਲਨ। ਔਰ ਇਹਨਾਂ ਨੇ ਵੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਇਕਜੁੱਟ ਹੋ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੋਦੀ ਦੀ ਸਰਕਾਰ ਅੜੀ ਹੋਈ ਹੈ ਕਿ ਇਹਨਾਂ ਬਿੱਲਾਂ ਦੇ ਵਿੱਚ ਸੋਧ ਨਹੀਂ ਕਰੇਗੀ ਜਾਂ ਰੱਦ ਨਹੀਂ ਕਰੇਗੀ, ਉਹਨਾਂ ਨੂੰ ਰੱਦ ਕਰਵਾਉਣ ਦੇ ਵਿੱਚ ਅਹਿਮ ਰੋਲ ਜਿਹੜਾ ਹੈ ਅਦਾ ਕੀਤਾ ਜਾ ਸਕੇ। ਕੈਮਰਾ ਪਰਸਨ ਸੰਦੀਪ ਸਿੰਘ ਦੇ ਨਾਲ ਮੈਂ ਅਮਨ ਚੰਦ, ਹਮਦਰਦ ਮੀਡੀਆ ਗਰੁੱਪ, ਚੰਡੀਗੜ੍ਹ। ਕੀ ਲੱਗਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਜਿਹੜਾ ਰਵੱਈਆ ਨਰਮ ਕਰਨ ਦੇ ਵਿੱਚ ਕਾਮਯਾਬ ਹੋਵੇਗਾ ਜਾਂ ਨਹੀਂ ਹੋਵੇਗਾ ਪੰਜਾਬ ਦਾ ਕਿਸਾਨ? ਮੈਨੂੰ ਨਹੀਂ ਲੱਗਦਾ ਵੀ ਮੋਦੀ ਸਰਕਾਰ ਕਿਸੇ ਵੀ ਕੰਪਰੋਮਾਈਜ਼ ਲਈ ਤਿਆਰ ਹੈ। ਮੈਂ ਸਿਰਫ ਇੰਨਾ ਜ਼ਰੂਰ ਕਹਿੰਦਾ ਵੀ ਜੇ ਉਹ ਜਾਂਦੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤਾਂ ਬੜਾ ਵਧੀਆ ਸੰਕੇਤ ਜਾਣਾ ਸੀ ਸਾਰੇ ਦੇਸ਼ ਦੇ ਵਿੱਚ। ਔਰ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਸੀਗਾ ਇਸ ਚੀਜ਼ ਦਾ? ਦੇਖੋ ਬੜੇ ਉਸ ਤੋਂ ਬਾਅਦ ਜਦੋਂ ਖੁਦ ਮੁਖਤਿਆਰੀ ਸੁਖਬੀਰ ਸਿੰਘ ਬਾਦਲ ਦੇ ਹੱਥ ਆ ਜਾਂਦੀ ਹੈ, ਦੇਖੋ ਇਹ ਤੁਹਾਡੀ ਗੱਲ ਕਿਤੇ ਨਾ ਕਿਤੇ ਇਹਦੇ 'ਚ ਥੋੜੀ ਮੋਟੀ ਸੱਚਾਈ ਜ਼ਰੂਰ ਹੈ। ਕਿਸ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜੀ ਹੈ ਉਹ ਗੱਠਜੋੜ ਕਰ ਸਕਦੀ ਹੈ 2022 ਦੀ ਵਿਧਾਨ ਸਭਾ ਦੀ? ਅਸੀਂ ਕਾਂਗਰਸ, ਬਾਦਲ ਦਲ ਅਤੇ ਬੀਜੇਪੀ ਇਹ ਤਿੰਨਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ। ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਨਹੀਂ ਕੀਤਾ, ਕਿਤੇ ਨਾ ਕਿਤੇ ਲੱਗਦਾ ਹੈ ਕਿ ਇਨ ਫਿਊਚਰ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਵੀ ਗੱਠਜੋੜ ਹੋ ਸਕਦਾ? ਓਪਨ ਹੈ ਜੇ